ਜਿਵੇਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਤੇ ਸਿਰਫ 10ਵੇਂ ਪਾਤਸ਼ਾਹ ਦੇ ਨਾਲ 10 ਲੱਖ ਫੌਜ ਨੂੰ ਵਕਤ ਪਾਈ ਰੱਖੀ 40 ਸਿੰਘਾਂ ਨੇ। ਉਹ 40 ਸਿੰਘ ਨਹੀਂ ਡਰੇ 10 ਲੱਖ ਫੌਜ ਤੋਂ। ਹੁਣ ਤਾਂ ਬਹੁਤ ਸਿੰਘ ਨੇ ਪੰਜਾਬ ਦੇ ਵਿੱਚ, ਇਹ ਮੋਦੀ ਵਰਗਿਆਂ ਤੋਂ ਕਿੱਥੇ ਡਰਨ ਵਾਲੇ ਨੇ ਇਹ। ਜਾਂ ਤਾਂ ਮੰਗਾ ਮੰਨੇ ਜਾਂ ਫਿਰ ਆਪਣਾ ਅਸਤੀਫਾ ਦੇ ਕੇ ਸਾਈਡ ਤੇ ਹੋ ਜੇ, ਅਸੀਂ ਆਪਣਾ ਪ੍ਰਧਾਨ ਮੰਤਰੀ ਹੋਰ ਚੁਣੀਏ। ਸਾਡੇ ਦੇ ਲਾਠੀ ਚਾਰਜ ਕਰਦੇ ਆ, ਸਾਡੇ ਦੇ ਆਪਣਾ ਸਾਡੀ ਗ੍ਰਿਫਤਾਰੀਆਂ ਕਰਦੇ ਆ, ਗੋਲੀ ਚਲਾਉਂਦੇ ਆ, ਕੀ ਕਰਦੇ ਆ। ਦਿੱਲੀ ਦੇ ਨੱਕ 'ਚ ਦਮ ਕਰ ਦਾਂਗੇ, ਮੋਦੀ ਦੇ ਨੱਕ 'ਚ ਦਮ ਕਰ ਦਾਂਗੇ, ਮੋਦੀ ਨੂੰ ਮਜਬੂਰ ਕਰ ਦਾਂਗੇ ਵਾਪਸ ਕਰਨ ਵਾਸਤੇ ਕਾਨੂੰਨ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕਾਨੂੰਨ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਾਰੇ ਦੇਸ਼ 'ਚ ਹੁਣ ਵੋਟਾਂ ਪੈ ਜਾਣੇ ਨਾ, ਮੋਦੀ ਦਾ ਸੁਪਨਾ ਸਾਫ਼ ਹੋ ਜਾਣਾ। ਮੋਦੀ ਨੂੰ ਪੁੱਛਣਾ ਨਹੀਂ, ਕਿਸੇ ਨੇ ਵੋਟੇ ਨਹੀਂ ਪਾਣੀ ਹੈ। ਪੰਜਾਬ ਮਾ ਤਾਂ ਉਰੇ ਬੀਜੇਪੀ ਵਾਲਿਆਂ ਨੂੰ ਅਸੀਂ ਘਰ ਦੇ ਬਾਹਰ ਨਹੀਂ ਨਿਕਲਣ ਦੇਣਾ। ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਸਾਰੇ ਜਿੰਨੇ ਗਵਾਂਢੀ ਮੁਲਕ ਹੈ ਉਹ ਸਾਰੇ ਦੁਸ਼ਮਣ ਬਣੇ ਹੋਏ। ਇਹ ਤਾਂ ਸਰਕਾਰਾਂ ਜਿਹੜੀਆਂ ਐਵੇਂ ਹੀ ਪਾਗਲ ਬਣਾ ਰਹੀਆਂ ਕਿਸਾਨਾਂ ਨੂੰ ਕਿ ਕਿਸਾਨ ਕਮਜ਼ੋਰ ਹੋ ਜਾਣ, ਆਪਣਾ ਜਿਹੜਾ ਹੈਗਾ ਇੱਥੇ ਸੰਘਰਸ਼ ਖਤਮ ਕਰ ਦੇਣ। ਸਾਡੇ ਹੱਕਾਂ ਲਈ ਜਿਹੜੇ ਸੀ ਆਪਣੇ ਹੱਕ ਮੰਗ ਰਹੇ ਆ, ਕੋਈ ਗਲਤ ਹੱਕ ਨਹੀਂ ਅਸੀਂ ਮੰਗ ਰਹੇ ਹੈਗੇ। ਇਹ ਗੁਲਾਮੀ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦੇ। ਮਰਨ ਮਾਨ ਤੇ ਖੜਿਆ ਜੀ, ਇਸ ਸਟੇਜ ਤੇ ਪਹੁੰਚ ਗਿਆ। ਜੇ ਉਹ ਆਪਣੇ ਸਹੀ ਰੂਪ ਚ ਆਉਣ ਨਾ ਬੀਜੇਪੀ ਦੇ, ਜਿੱਦਾਂ ਧੋਤੀ ਲੂੰਗੀ ਚੱਲਦੇ ਆ, ਪੜ ਕੇ ਦਿਖਾਣ ਮੈਨੂੰ ਪਿੰਡ 'ਚ। ਇਹਨਾਂ ਨੂੰ ਮੋਦੀਆਂ ਨੂੰ ਵੀ ਇਹੀ ਹੈ ਵੀ ਸਿੰਘਾਂ ਨੂੰ ਦਬਾ ਲਓ, ਸਿੱਖ ਕੌਮ ਨੂੰ ਦਬਾ ਲਓ। ਸਾਡਾ ਸਾਰਾ ਰਾਜ ਹਿੰਦੁਸਤਾਨ RRS ਦਾ ਬਣ ਜੂਗਾ ਸਾਰਾ। ਫਰਾਨੀ ਆਈ ਸੀ, ਉਹ ਤੀਵੀਂ ਕੀ ਬਾਦਲ ਕੀ ਮੋਦੀ ਜੀ ਸਿਮਰਤੀ ਇਰਾਨੀ, ਉਹ ਜੱਫੀਆਂ ਪਾਉਂਦੀ ਦੇਖੀ ਅਸੀਂ ਮੋਦੀ ਨੂੰ। ਸੰਗਰੂਰ ਕਰਿਆ ਉਹਨੇ, ਬੈਠਕ ਕਰੀ ਤੀ, ਉਹ ਸੰਗਰੂਰ ਵਾਲਾ ਨੇ ਘੇਰ ਲਈ, ਅੰਦਰੇ ਬੰਦ ਰੱਖੀ ਕਰਕੇ। GDP ਹੈ ਉਹ ਮਾਈਨਸ ਤੇ ਚੱਲ ਰਹੀ ਆ। ਜਦੋਂ ਮੋਦੀ ਸਰਕਾਰ ਆਈ ਆ ਉਦੋਂ ਤੋਂ GDP ਡਾਊਨ ਹੁੰਦੀ ਚਲੀ ਗਈ। ਪਰ ਜਿਹੜਾ ਅੱਜ ਉਹਨਾਂ ਨੇ ਝੋਨੇ ਦਾ 50 ਰੁਪਏ ਰੇਟ ਵਧਾਇਆ, ਉਹ 500 ਰੁਪਏ ਕਿਉਂ ਨਹੀਂ ਵਧਿਆ? ਕੀ ਕਰਿਆ ਉੱਥੇ ਬੁਲਾ ਕੇ ਸਾਨੂੰ ਦਿੱਲੀ, ਸਾਡੀ ਬੇਇੱਜ਼ਤੀ ਕੀਤੀ ਹੈ। ਇੱਕ MP ਤੱਕ ਨਹੀਂ ਸਾਨੂੰ ਉੱਥੇ ਸੱਦਿਆ ਗਿਆ ਸਾਡੀ ਜਥੇਬੰਦੀਆਂ ਕੋਲ। ਪੋਲੀਟੀਕਲ ਪਾਰਟੀ ਨੂੰ ਉਸ ਕਿਸਾਨ ਨੇ ਆਪਣੀ ਪੋਲੀਟੀਕਲ ਪਾਰਟੀ ਨੂੰ ਕਹਿਤਾ ਤੂੰ ਪਿੱਛੇ ਰਹਿ, ਤੂੰ ਸਾਡੀ ਸਟੇਜ ਤੇ ਨਹੀਂ ਆਉਣਾ, ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਇਹਦੇ ਖਿਲਾਫ ਲੜਾਂਗੇ। ਬਿਲਕੁਲ, ਅਸੀਂ ਇਸ ਵੇਲੇ ਲਾਲੜੂ ਰੇਲਵੇ ਟਰੈਕ ਦੇ ਉੱਤੇ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਭਰਾਵਾਂ ਨੇ ਇੱਥੇ ਧਰਨਾ ਲਾਇਆ ਹੋਇਆ ਹੈ। ਰੇਲ ਰੋਕੋ ਅੰਦੋਲਨ ਜਾਰੀ ਹੈ। ਜਾਰੀ ਇਸ ਕਰਕੇ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕੇਂਦਰ ਸਰਕਾਰ ਨੂੰ ਮਿਲਣ ਗਈਆਂ ਸੀ ਦਿੱਲੀ ਦੇ ਵਿੱਚ, ਉੱਥੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ। ਇਸ ਕਰਕੇ ਕਿਸਾਨਾਂ ਨੇ ਵਾਪਸ ਚੰਡੀਗੜ੍ਹ ਆ ਕੇ ਫੈਸਲਾ ਕੀਤਾ ਸੀ ਜਥੇਬੰਦੀਆਂ ਨੇ ਕਿ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ। ਲਾਲੜੂ ਦੇ ਟਰੈਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਸਾਨਾਂ ਨੇ ਬਿਸਤਰੇ ਲਾਏ ਹੋਏ ਨੇ, ਪੱਕਾ ਇੱਥੇ ਮੋਰਚਾ ਲਾਇਆ ਹੋਇਆ ਹੈ। ਜਦ ਤੱਕ ਜਿਹੜੇ ਖੇਤੀ ਕਾਨੂੰਨ ਨੇ ਉਹ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹ ਜਿਹੜਾ ਧਰਨਾ ਹੈਗਾ ਉਹ ਜਾਰੀ ਰਹੇਗਾ, ਇਹਨਾਂ ਦਾ ਕਹਿਣਾ ਹੈ। ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਬਾਬਾ ਜੀ? ਜਗਤਾਰ ਸਿੰਘ ਝਾਰਮੜੀ ਜੀ। ਅੱਛਾ, ਜਗਤਾਰ ਸਿੰਘ ਜੀ, ਕੇਂਦਰ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਹੁਣ, ਜੇ ਹਾਲੇ ਤੱਕ ਤਾਂ ਕੋਈ ਸੱਦਾ ਨਹੀਂ ਆਇਆ? ਖੈਰ, ਜੇ ਕੱਲ ਨੂੰ ਸੱਦਾ ਆ ਵੀ ਜਾਂਦਾ ਤੇ ਕਿਹੜੀਆਂ ਖਾਸ ਗੱਲਾਂ ਦਾ ਕਿਸਾਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਮੰਚ ਉੱਤੇ ਟੇਬਲ ਉੱਤੇ ਬੈਠਣ ਤੋਂ ਪਹਿਲਾਂ? ਕਿਸਾਨਾਂ ਨੂੰ ਤਾਂ ਇਹੀ ਚਾਹੀਦਾ ਜਿਹੜੇ ਇਹਨਾਂ ਨੇ ਇਹ 3 ਕਾਨੂੰਨ ਲਾਗੂ ਕਰੇ ਨੇ, ਇਹਨਾਂ ਨੂੰ ਸਾਡਾ ਤਾਂ ਮਨੋਰਥ ਇਹੀ ਹੈ ਵੀ ਇਹਨੂੰ ਰੱਦ ਕਰੇ। ਜਿਵੇਂ ਸਿਸਟਮ ਪਹਿਲਾਂ ਚੱਲਦਾ ਉਵੇਂ ਚੱਲੇ। ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ। ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੂਗਾ ਤਾਂ ਸਾਰਾ ਸਿਸਟਮ ਆਪੇ ਹੋ ਜਾਣਾ। ਇਹ ਤਾਨਾਸ਼ਾਹੀ ਹੈ ਇਹਨਾਂ ਦੀ। ਪਹਿਲਾਂ ਇਹਨਾਂ ਨੇ ਮੁਸਲਮਾਨਾਂ ਨੂੰ ਦਬਾ ਕੇ ਰੱਖਿਆ, ਹੁਣ ਇਹ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਨੇ। ਹਰਿਆਣਾ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ। ਪੁਰਾਣੇ ਟਾਈਮ ਦੇਖ ਲਓ ਤੁਸੀਂ, ਨਾਦਰ ਅਬਦਾਲੀ ਸਾਰੇ ਦੇਸ਼ ਨੂੰ, ਦਿੱਲੀ ਨੂੰ ਲੁੱਟ ਕੇ ਜਾਂਦਾ ਤਾਂ ਜਦ ਉਹ ਪੰਜਾਬ ਵਾਲੇ ਉਹਨੂੰ ਲੁੱਟ ਲੈਂਦੇ ਸੀ। ਇਹਨਾਂ ਨੇ ਦੇਖਿਆ ਵੀ ਸਿੱਖ ਇੱਕ ਜਜ਼ਬਾ ਤਕੜੀ ਕੌਮ ਹੈ, ਵੀ ਇਹਨਾਂ ਨੂੰ ਦਬਾ ਲਓ, ਸਾਰਾ ਹਿੰਦੁਸਤਾਨ ਬਣ ਜਾਣਾ। ਹਿੰਦੁਸਤਾਨ ਤਾਂ ਇਹ ਹੈ ਨਹੀਂ, ਸਾਡੇ ਲੀਡਰ ਵੀ ਹਿੰਦੁਸਤਾਨ ਬੋਲੀ ਜਾਂਦੇ, ਹਿੰਦੁਸਤਾਨ ਬੋਲੀ ਜਾਂਦੇ। ਹਿੰਦੁਸਤਾਨ ਤਾਂ ਹੈ ਨਹੀਂ, ਭਾਰਤ ਦੇਸ਼ ਹੈ। ਇਹਨਾਂ ਨੂੰ ਭਾਰਤ ਬੋਲਣਾ ਚਾਹੀਦਾ, ਹਿੰਦੁਸਤਾਨ ਕਿਉਂ ਬੋਲਦੇ ਹੈ? ਫਿਰ ਕੱਲ੍ਹ ਨੂੰ ਅਸੀਂ ਵੀ ਬੋਲੂਗੇ ਖਾਲਿਸਤਾਨ। ਪਹਿਲੇ ਟਾਈਮ ਤੇ ਸਿੱਖ ਇੰਨੇ ਤਕੜੇ ਤੇ ਮੁਗਲਾਂ ਨੇ ਮੱਸੇ ਰੰਗੜ ਨੂੰ ਬਿਠਾਤਿਆ ਹਰਮੰਦਰ ਸਾਹਿਬ 'ਚ, ਹੁੱਕੇ ਪਿੱਥੇ ਉੱਤੇ ਕੰਜਰੀਆਂ ਨਚਾਈਆਂ। ਉਹ 2 ਸਿੰਘ ਆਏ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਜੀ। ਉਹ ਮੱਸੇ ਰੰਗੜ ਦਾ ਸਿਰ ਲੈ ਗਏ ਵੱਢ ਕੇ। ਠੀਕ ਹੈ ਜੀ। ਸਾਰੀ ਮੁਸਲ ਕੌਮ ਨੂੰ ਵਕਤ ਪਾਤਾ ਇਹਨਾਂ 2 ਸਿੰਘਾਂ ਨੇ। ਇਹਨਾਂ ਨੂੰ ਮੋਦੀਆਂ ਨੂੰ ਵੀ ਇਹੀ ਹੈ ਵੀ ਸਿੰਘਾਂ ਨੂੰ ਦਬਾ ਲਓ, ਸਿੱਖ ਕੌਮ ਨੂੰ ਦਬਾ ਲਓ, ਸਾਡਾ ਸਾਰਾ ਰਾਜ ਹਿੰਦੁਸਤਾਨ
RRS ਦਾ ਬਣ ਜਾਊਗਾ ਸਾਰਾ। ਹੂੰ ਵੇ ਸਿੰਘ ਜਿਹੜਾ ਪੰਜਾਬ ਹੈ, ਹੂੰ ਹਰਿਆਣਾ, ਇਹ ਮੈਂ ਸਿੱਖ ਰਹਿੰਦੇ ਆ, ਇਹਨਾਂ ਨੂੰ ਦਬਾ ਲਓ, ਇਹ ਦਬ ਜੂਗੇ, ਨਾਦਰਸ਼ਾਹੀ ਰਾਜ ਹੋ ਜਾਊਗਾ ਸਾਡਾ। ਕਹਿ ਰਹੇ ਹੋ ਕਿ ਮੋਦੀ ਸਰਕਾਰ ਸਿੰਘਾਂ ਨੂੰ ਦਬਣ ਨੂੰ ਫਿਰਦੀ ਹੈ, ਪਰ ਹਕੀਕਤ ਇਹ ਸਿੰਘ ਦਬਦੇ ਕਿੱਥੇ ਆ? ਸਿੰਘ ਤਾਂ ਦਬਦੇ ਨਹੀਂ, ਤਾਂ ਹੀ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਪਹਿਲੀ ਪੁਰਾਣੀ ਮਿਸਾਲਾਂ ਦੇ ਰਿਹਾ ਮੈਂ। ਤਾਂ ਹੀ ਹੂੰ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ 2 ਸਿੰਘ। ਹੂੰ ਕਿੰਨੇ ਮੁਸਲਮਾਨ ਸੀ ਉੱਥੇ ਪੁਰਾਣੇ ਮੁਗਲ, ਹੂੰ ਜਿਹੜੇ ਸਿੱਖਾਂ ਦੇ ਗਲਤ ਕੰਮ ਕਰਦੇ ਤੇ। ਹੂੰ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ। ਹੂੰ ਦੱਸਣ ਵਾਲੇ ਨੂੰ 10 ਰੁਪਏ, ਹੂੰ ਫੜ ਕੇ ਲੈ ਜਾਣ ਨੂੰ 40 ਰੁਪਏ। ਹੂੰ ਜਿਹੜਾ ਸਿੰਘ ਦਾ ਸਿਰ ਵੱਢ ਕੇ ਲੈ ਜਾਂਦਾ ਉਹਨੂੰ 80 ਰੁਪਏ ਸਰਕਾਰੀ ਖਜ਼ਾਨੇ 'ਚ ਮੋਹਰਾਂ ਮਿਲਦੀਆਂ ਨੇ ਸਰਕਾਰੀ, ਹੂੰ ਮੁਗਲ ਦਿੰਦੇ ਤੇ। ਪਰ ਸਿੱਖਾਂ ਨੇ ਕਦੇ ਈਨ ਨਹੀਂ ਮੰਨੀ। ਜੀ 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 2 ਸਿੰਘ ਵੀ ਲੜਦੇ ਰਹੇ, ਹੂੰ ਭਾਈ ਗਰਜਾ ਸਿੰਘ, ਬੋਤਾ ਸਿੰਘ, 2 ਸਿੰਘ ਤੇ। ਹੂੰ ਉਹਨਾਂ ਨੇ ਵੀ ਆਡਾ ਲਿਆ। ਹੂੰ 150 ਮੁਗਲ ਮਗਰ ਮਾਰਤਾ 2 ਸਿੰਘਾਂ ਨੇ। ਹੂੰ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਹੂੰ 40 ਸਿੰਘ ਤੇ ਸਿਰਫ ਜੀ। 10ਵੇਂ ਪਾਤਸ਼ਾਹ ਦੇ ਨਾਲ ਹੂੰ 10 ਲੱਖ ਫੌਜ ਨੂੰ ਵਕਤ ਪਾਈ ਰੱਖਿਆ ਹੂੰ 40 ਸਿੰਘਾਂ ਨੇ। ਉਹ 40 ਸਿੰਘ ਨਹੀਂ ਡਰੇ 10 ਲੱਖ ਫੌਜ ਤੋਂ। ਹੂੰ ਹੁਣ ਤਾਂ ਬਹੁਤ ਸਿੰਘ ਨੇ ਪੰਜਾਬ ਦੇ ਵਿੱਚ। ਹੂੰ ਇਹ ਮੋਦੀ ਵਰਗਿਆਂ ਤੋਂ ਕਿੱਥੇ ਡਰਨ ਵਾਲੇ ਨੇ ਇਹ। ਮਤਲਬ ਤੁਹਾਨੂੰ ਲੱਗਦਾ ਕਿ ਮੋਦੀ ਸਾਹਿਬ ਨੇ ਪੰਜਾਬ ਨਾਲ ਗਲਤ ਪੰਗਾ ਲੈ ਲਿਆ? ਗਲਤ ਪੰਗਾ ਲਿਆ ਇਹਨਾਂ ਨੇ। ਇਹਨਾਂ ਨੇ ਇਹੀ ਪੰਗਾ ਲਿਆ ਵੀ ਸਿੱਖਾਂ ਨੂੰ ਦਬਾ ਲਓ, ਸਾਡਾ ਰਾਜ ਹੋ ਜਾਊਗਾ, ਕੋਈ ਸਾਡੇ ਅੱਗੇ ਅੜਨ ਵਾਲਾ ਨਹੀਂ ਰਹੂਗਾ। ਹੂੰ ਇਹ ਸਿੱਖਾਂ ਦੇ ਇਹਨੂੰ ਜਜ਼ਬੇ ਦਾ ਪਤਾ ਨਹੀਂ ਹੈ। ਤੁਹਾਨੂੰ ਕੀ ਲੱਗਦਾ ਕਿ ਕੱਲਾ ਮਾਮਲਾ ਸਿੰਘ ਚੱਕਦੇ ਸਿੱਖਾਂ ਨਾਲ ਨੇ, ਜੁੜਿਆ ਹੈ ਜਾਂ ਕੱਲੇ ਪੰਜਾਬ ਦੇ ਨਾਲ ਜਾਂ ਦੇਸ਼ ਦੇ ਨਾਲ ਜੁੜਿਆ ਹੈ? ਕਿਉਂਕਿ ਕਿਸਾਨੀ ਦਾ ਮਸਲਾ ਹੈਗਾ ਹੈ। ਤੁਹਾਨੂੰ ਕੀ ਲੱਗਦਾ ਕਿਸਾਨ ਤਾਂ ਆਪਣੇ ਹਰਿਆਣੇ ਦੇ ਵਿੱਚ ਵੀ ਨੇ, ਦੂਜੇ ਸੂਬਿਆਂ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ, ਯੂਪੀ ਦੇ ਵਿੱਚ ਵੀ ਹੋ ਰਿਹਾ ਹੈ, ਕੇਰਲ ਦੇ ਵਿੱਚ ਵੀ ਕਿਸਾਨ ਤਾਂ ਪ੍ਰੋਟੈਸਟ ਕਰ ਰਹੇ ਨੇ, ਪਰ ਤੁਸੀਂ ਜਿਹੜਾ ਫੋਕਸ ਕਰ ਰਹੇ ਹੋ ਉਹ ਤੁਸੀਂ ਦੱਸ ਰਹੇ ਹੋ ਕਿ ਮੋਦੀ ਸਰਕਾਰ ਦੀ ਜਿਹੜੀ ਸੋਚ ਹੈਗੀ ਹੈ ਉਹ ਮੁਸਲਮਾਨਾਂ ਤੋਂ ਬਾਅਦ ਉਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਟਾਰਗੇਟ ਤਾਂ ਕਰੇ ਰਹੇ, ਸਿੱਖਾਂ ਨੂੰ ਟਾਰਗੇਟ ਕਰਨ ਦਾ ਕੰਮ ਹੈ ਸਾਰਾ ਇਹ। ਪਰ ਮਸਲਾ ਕਿਸਾਨੀ ਦਾ। ਹੋਰ ਸੂਬਿਆਂ ਮਾ ਤਾਂ ਕਿਤੇ ਮੰਡੀਕਰਨ ਹੈ ਨਹੀਂ। ਹੂੰ ਇਹ ਪੰਜਾਬ ਹੈ, ਹਰਿਆਣਾ, ਇੱਕ ਛੱਤੀਸਗੜ੍ਹ ਹੈ, ਇੱਕ ਸਟੇਟ ਹੋਰ ਹੈ। ਹੂੰ ਇਹਨਾਂ 4 ਸੂਬਿਆਂ ਮਾ ਇਹ ਮੰਡੀਕਰਨ ਹੈ। ਜੀ 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 ਤੁਸੀਂ ਯੂਪੀ ਮਾ ਦੇ ਦੇਖ ਲਓ। ਹੁਣ ਖਬਰ ਆਈ ਵੀ ਹੈ ਕਈ ਟਰੱਕ ਜੀਰੀ ਦੇ ਆਏ ਵੇ ਲੋਕਾਂ ਨੇ, ਕਿਸਾਨਾਂ ਨੇ ਫੜੇ ਹੋ। ਜਦ ਉੱਥੇ ਵਿਕ ਨਹੀਂ ਰਹੀ ਜੀਰੀ ਤਾਂ ਹੀ ਉਹ ਪੰਜਾਬ ਮਾ ਆ ਰਹੇ ਹੋ। ਹਰਿਆਣੇ 'ਚ ਤਾਂ ਹੀ ਹਰਿਆਣੇ ਪੰਜਾਬ 'ਚ ਆ ਰਹੇ ਨੇ। ਇਹ ਇਸੇ ਤਰ੍ਹਾਂ ਬਿਹਾਰ ਦੀ ਗੱਲ ਹੈ। ਜੇ ਬਿਹਾਰ ਦੇ ਵਿੱਚ ਵੀ ਜ਼ਿਮੀਂਦਾਰਾਂ ਕੋਲ ਜ਼ਮੀਨਾਂ ਹੈਗੀਆਂ, ਉਹ ਉਰੇ ਦਿਹਾੜੀ ਕਰਨ ਕਿਉਂ ਆਉਂਦੇ ਨੇ? ਮੰਡੀਕਰਨ ਨਹੀਂ ਹੈ ਉੱਥੇ। ਜੀ 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 ਉਰੇ ਮੰਡੀਕਰਨ ਹੈ। ਜੀਰੀ ਦਾ ਦੇ ਰੇਟ ਵੀ ਠੀਕ ਲੱਗ ਜਾਂਦਾ, ਉਰੇ ਕਣਕ ਦਾ ਰੇਟ ਵੀ ਠੀਕ ਲੱਗ ਜਾਂਦਾ। ਹੁਣ ਤੁਸੀਂ ਦੇਖ ਲਓ, ਹੁਣ ਇਸ ਟਾਈਮ ਮੱਕੀ ਦਾ ਰੇਟ ਕਿਆ ਸੀ? 1800 ਰੁਪਏ ਮੱਕੀ ਦਾ ਰੇਟ ਰੱਖਿਆ ਪਤਾ ਇਹਨਾਂ ਨੇ। ਜੀ ਜੀ 800-900 ਰੁਪਏ ਨੂੰ ਵਿਕੀ ਮੱਕੀ। ਇਸੇ ਤਰ੍ਹਾਂ ਕਪਾਹ ਦਾ ਰੇਟ 5700 ਰੁਪਏ ਰੇਟ ਹੈ, ਉਹ ਵਿਕ ਰਹੀ 4000-4200 ਨੂੰ। ਰਾਹੁਲ ਗਾਂਧੀ ਇੱਥੇ ਆਏ ਪੰਜਾਬ ਦੇ ਵਿੱਚ ਤੇ ਕਹਿ ਗਏ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਖੇਤੀ ਕਾਨੂੰਨ ਰੱਦ ਕਰ ਦਾਂਗੇ ਤਿੰਨੋਂ ਹੀ। ਤੇ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਮੋਦੀ ਇਹ ਤਾਂ ਰਾਹੁਲ ਤਾਂ ਉਰੇ ਆਉਣ ਦਾ ਕਿਆ ਮਤਲਬ ਤਾਂ ਉਹਨੂੰ ਕਰਿਆ ਤਾਂ ਦਿੱਲੀ ਸਰਕਾਰ ਨਾਲ ਕੰਮ ਏ। ਉਰੇ ਟਰੈਕਟਰਾਂ ਨੂੰ ਫਿਰਦਾ ਬੈਠਿਆ ਉਹ, ਉੱਥੇ ਕਰਾਓ ਉਹਨਾਂ ਦਾ ਮੋਦੀ ਦਾ। ਕਾਂਗਰਸ ਵਾਲਿਆਂ ਨੂੰ ਉੱਥੇ ਬੁਲਾਏ, ਸਾਨੂੰ ਵੀ ਬੁਲਾਏ, ਅਸੀਂ ਵੀ ਜਾਈਏ ਉੱਥੇ। ਸੋ ਤੁਹਾਨੂੰ ਲੱਗਦਾ ਕਿ ਅਗਲਾ ਜਿਹੜਾ ਕਦਮ ਹੋਣਾ ਚਾਹੀਦਾ ਕਿਸਾਨਾਂ ਦਾ ਉਹ ਦਿੱਲੀ ਵੱਲ ਕੂਚ ਕਰਨਾ ਚਾਹੀਦਾ? ਦਿੱਲੀ ਵੱਲ ਕੂਚ ਕਰੂੰਗੇ ਜੇ ਅਸੀਂ ਨਵੰਬਰ ਦਾ ਐਸਟੀਮੇਟ ਸਾਡੇ ਦੇ ਦਿਆ ਜਥੇਬੰਦੀਆਂ ਨੇ। ਨਵੰਬਰ ਦੇ 26-27 ਨਵੰਬਰ ਨੂੰ ਅਸੀਂ ਦਿੱਲੀ ਘੇਰਨੀ ਆ ਜਾ ਕੇ, ਕਿਉਂ ਲੋਕ ਵਿਹਲੇ ਹੋ ਜੂਗੇ। ਹੁਣ ਤਾਂ ਵਾਢੀ ਦਾ ਕੰਮ ਚੱਲ ਰਿਹਾ ਝੋਨੇ ਦੀ, ਗਾਂ ਫਿਰ ਬੀਜ ਬਿਜਾਈ ਹੋ ਜਾਣੀ ਹੈ। ਸਵਾਲ ਦਾ ਜਵਾਬ ਦਿਓ ਕਿ ਆਪਾਂ ਜਿੱਥੇ ਵੀ ਜਾਂਦੇ ਹਾਂ, ਬੁੱਧੀਜੀਵੀ ਹੋਰ ਵੀ ਬੰਦੇ ਕਹਿੰਦੇ ਨੇ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਨੇ ਉਹ ਲੋਕ ਮਾਰੂ ਨੀਤੀਆਂ ਹੈਗੀਆਂ ਨੇ, ਪਰ ਦੂਜੇ ਪਾਸੇ ਨਰਿੰਦਰ ਮੋਦੀ ਸਰਕਾਰ ਲਗਾਤਾਰ ਪਾਵਰ 'ਚ ਵੱਧਦੀ ਜਾ ਰਹੀ ਹੈ। ਪਹਿਲਾਂ ਘੱਟ ਐਮਪੀ ਸੀ, ਹੁਣ ਹੋਰ ਜ਼ਿਆਦਾ ਵੱਧ ਗਏ, ਉਹਨਾਂ ਨੂੰ ਬਹੁਮਤ ਹਾਸਲ ਹੋ ਗਿਆ। ਇਹ ਕੀ ਕਾਰਨ ਹੈਗਾ ਕਿ ਇੱਕ ਪਾਸੇ ਲੋਕ ਬਿਆਨ ਤਾਂ ਇਹ ਦਿੰਦੇ ਨੇ ਕਿ ਅਸੀਂ ਦੁਖੀ ਹੈਗੇ ਸਰਕਾਰ ਤੋਂ, ਦੂਜੇ ਪਾਸੇ ਸਰਕਾਰ ਦੀ ਤਾਕਤ ਵੱਧ ਰਹੀ ਹੈ, ਐਮਪੀ ਜਿੱਤੇ ਜਾ ਰਹੇ ਨੇ ਜ਼ਿਆਦਾ। ਹੁਣ ਬਿਹਾਰ ਦੀ ਵੋਟਾਂ ਆਉਣ ਵਾਲੀਆਂ ਨੇ ਥੋੜ੍ਹੇ ਦਿਨਾਂ ਬਾਅਦ, ਪਤਾ ਲੱਗ ਜਾਣਾ ਤਾਕਤ ਕਿਹਦੀ ਜ਼ਿਆਦਾ ਕਿਹਦੀ ਘੱਟ ਹੈ। ਇਹਨੂੰ ਮੋਦੀ ਨੂੰ ਵੀ ਪਤਾ ਲੱਗ ਜਾਣਾ। ਪਰ ਹੁਣ ਜੇ ਵੋਟਾਂ ਸਾਰੇ ਦੇਸ਼ 'ਚ ਹੁਣ ਵੋਟਾਂ ਪੈ ਜਾਣੇ ਨਾ, ਮੋਦੀ ਦਾ ਸੁਪਨਾ ਸਾਫ਼ ਹੋ ਜਾਣਾ। ਮੋਦੀ ਨੂੰ ਪੁੱਛਣਾ ਨਹੀਂ ਕਿਸੇ ਨੇ, ਵੋਟੇ ਨਹੀਂ ਪਾਣੀ ਹੈ। ਪੰਜਾਬ ਮਾ ਤਾਂ ਉਰੇ ਬੀਜੇਪੀ ਵਾਲਿਆਂ ਨੂੰ ਅਸੀਂ ਘਰ ਤੇ ਬਾਹਰ ਨਹੀਂ ਨਿਕਲ ਦੇਣਾ। ਬੰਦ ਕਰੇ ਪਏ ਸਾਰੇ, ਦੇਖ ਲਓ ਜਾ ਕੇ ਪੰਜਾਬ ਮਾ, ਜਿੱਥੇ ਬੀਜੇਪੀ ਦਾ ਕੋਈ ਲੀਡਰ ਹੈ। 1.5 ਸਾਲ ਤੱਕ ਬੰਦ ਰੱਖ ਲੋਗੇ ਉਹਨਾਂ ਨੂੰ ਘਰਾਂ ਦੇ ਵਿੱਚ? 1.5 ਸਾਲ ਤੱਕ ਘਰਾਂ 'ਚ ਬੰਦ ਰੱਖ ਲੋਗੇ ਬੀਜੇਪੀ ਵਾਲਿਆਂ ਨੂੰ? ਰੱਖਾਂਗੇ ਜਿੱਦੇ ਤੱਕ ਰੱਖੋਗੇ, ਜਦ ਤੱਕ ਇਹ ਸਾਡੇ ਵਾਪਸ ਨਹੀਂ ਲੈਂਦਾ ਉਦੋਂ ਤੱਕ ਅਸੀਂ ਧਰਨਾ ਜਾਰੀ ਰੱਖਾਂਗੇ। ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਫਿਰ ਇੱਥੇ ਹੁਣ ਆਪਦੇ ਬੰਦੇ ਛੁਡਾਉਣ ਲਈ ਆਉਣਾ ਪੈਣਾ ਪਹਿਲਾਂ ਤਾਂ। ਮੋਦੀ ਤਾਂ ਆਊਗਾ, ਜਦ ਆਊਗਾ ਮੋਦੀ ਨੂੰ ਅਸੀਂ ਵੜਨੇ ਨਹੀਂ ਦੇਣਾ ਪਹਿਲਾਂ ਤਾਂ ਉਰੇ। ਜੀ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦਾ ਵੀ ਵਿਰੋਧ ਕਰੋਗੇ? ਹਰੇਕ ਤਾਂ ਬੀਜੇਪੀ ਵਾਲੇ ਦਾ ਹਰੇਕ ਦਾ ਵਿਰੋਧ ਕਰਾਂਗੇ। ਬੀਜੇਪੀ ਵਾਲਾ ਕੋਈ ਵੀ ਆਊ, ਹਰੇਕ ਬੰਦੇ ਦਾ ਵਿਰੋਧ ਕਰਾਂਗੇ। ਉਹ ਰਾਨੀ ਫਰਾਨੀ ਆਈ ਸੀ, ਉਹ ਤੀਵੀਂ ਕੀ ਬਾਦਲ ਕੀ ਮੋਦੀ ਜੀ, ਸਿਮਰਤੀ ਇਰਾਨੀ, ਉਹ ਜੱਫੀਆਂ ਪਾਉਂਦੀ ਦੇਖੀ ਅਸੀਂ ਮੋਦੀ ਨੂੰ।
ਸੰਗਰੂਰ ਕਰਿਆ ਉਹਨੇ ਬੈਠਕ ਕਰੀ ਤੀ ਉਹ ਸੰਗਰੂਰ ਵਾਲਿਆਂ ਨੇ ਘੇਰ ਲਈ ਅੰਦਰੇ ਬੰਦ ਰੱਖੀ ਕਰਕੇ ਨਿਕਲਣ ਦਿੱਤੇ ਬਾਹਰ। ਜੀ ਸੋ ਬਿਲਕੁਲ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਆਏ ਤਾਂ ਉਹਨਾਂ ਦਾ ਵੀ ਘਿਰਾਓ ਕਰਾਂਗੇ। ਹੁਣ ਤਾਂ ਉਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਇੱਥੇ ਆ ਰਹੇ ਨੇ ਉਹਨਾਂ ਨੂੰ ਅਸੀਂ ਅੰਦਰ ਡੱਕਿਆ ਹੋਇਆ ਤੇ ਜਦ ਤੱਕ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਇਹ ਰੱਦ ਨਹੀਂ ਹੁੰਦੇ ਇਦਾਂ ਹੀ ਡੱਕੀ ਰੱਖਾਂਗੇ। ਤੇ ਅੱਗੇ ਪੰਜਾਬ ਵਿੱਚ ਚੋਣਾਂ ਵੀ ਆ ਰਹੀਆਂ ਨੇ, ਸੋ ਸਿੱਧਾ ਇਹਦਾ ਜਿਹੜਾ ਅਸਰ ਹੈਗਾ ਸਿਆਸਤ ਦੇ ਉੱਤੇ ਵੀ ਪਏਗਾ। ਸਿਆਸੀ ਸਮੀਕਰਨ ਵੀ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ ਉਹ ਬਦਲਦੇ ਨਜ਼ਰ ਜ਼ਰੂਰ ਆਉਣਗੇ। ਰੇਲ ਰੋਕੋ ਅੰਦੋਲਨ ਜਾਰੀ ਹੈ। ਕਿੰਨੇ ਕੁ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ? ਸਾਡਾ ਜੀ ਅੱਜ 17ਵਾਂ ਦਿਨ ਹੈ ਰੇਲ ਰੋਕੋ ਅੰਦੋਲਨ ਲਾਲੜੂ ਦੇ ਵਿੱਚ, ਜਿਹੜਾ ਕਿ ਇੱਕ ਮਿਸਾਲ ਹੈ। ਲਾਲੜੂ ਦੇ ਰੇਲਵੇ ਸਟੇਸ਼ਨ ਤੇ ਐਜੀਟੇਸ਼ਨ ਕਿਸਾਨਾਂ ਵੱਲੋਂ ਪਹਿਲੀ ਵਾਰ ਕੀਤਾ ਹੈ। ਅਸੀਂ ਵੀ ਵਧਾਈ ਦੇ ਪਾਤਰ ਹਾਂ, ਸਾਰੇ ਜਿਹੜੇ ਕਿਸਾਨ ਸਾਡੇ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਲਾਲੜੂ ਤੇ ਪਹਿਲੀ ਵਾਰ ਇਹ ਧਰਨਾ ਲਾਇਆ, ਕਿਉਂਕਿ ਅਸੀਂ ਪੰਜਾਬ ਨਾਲੋਂ ਕਾਫੀ ਪਿਛੜੇ ਹੋਏ ਸੀ। ਹੁਣ ਸਾਡਾ ਏਰੀਆ ਵੀ ਜਾਗਰੂਕ ਹੋ ਗਿਆ। ਅਸੀਂ ਆਪਣੇ ਕਿਸਾਨ ਵੀਰਾਂ ਨੂੰ ਵਧਾਈ ਦਿੰਦੇ ਆ ਕਿ ਸਾਡਾ ਸੰਘਰਸ਼ ਹੈ ਜਿਹੜਾ ਦਿਨ ਦੁਗਣੀ ਰਾਤ ਚੌਗੁਣੀ ਕਰੇਗਾ ਤੇ ਮੋਦੀ ਸਰਕਾਰ ਨੂੰ ਇੱਕ ਦਿਨ ਸਾਡੀ ਮੰਗਾਂ ਮੰਨਣੀਆਂ ਪੈਣੀਆਂ ਹੈ। ਜਾਂ ਤਾਂ ਮੰਗਾਂ ਮੰਨੇ ਜਾਂ ਫਿਰ ਆਪਣਾ ਅਸਤੀਫਾ ਦੇ ਕੇ ਸਾਈਡ ਤੇ ਹੋ ਜੇ। ਅਸੀਂ ਆਪਣਾ ਪ੍ਰਧਾਨ ਮੰਤਰੀ ਹੋਰ ਚੁਣੀਏ, ਆਪਣਾ ਜਿਹੜਾ ਡਿਕਟੇਟਰਸ਼ਿਪ ਰਵੱਈਆ ਉਹ ਖਤਮ ਕਰੇ ਤਾਂ ਕਿ ਸਾਡਾ ਕਿਸਾਨੀ ਬਚ ਸਕੇ। ਕਿਸਾਨ ਤਾਂ ਪਹਿਲੇ ਹੀ ਮਰਿਆ ਹੋਇਆ ਹੈ, ਕਿਸਾਨ ਪਹਿਲੇ ਹੀ ਘਾਟੇ 'ਚ ਹੈ। ਕਿੰਨੀ ਮਹਿੰਗਾਈ ਹੈ, ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਕਿਸਾਨ ਨੂੰ ਆਪਣਾ ਜੀਣਾ ਦੁੱਭਰ ਹੋ ਰਿਹਾ ਹੈ, ਬੱਚੇ ਪਾਲਣੇ ਮੁਸ਼ਕਲ ਹੋ ਰਹੇ ਹੈ। ਉਹਨਾਂ ਨੇ ਆਪਣੇ ਅਡਾਨੀ ਅੰਬਾਨੀ ਤੇ ਟਾਟਾ ਬਿਰਲਾ ਨੂੰ ਇਹ ਸਾਰਾ ਦੇ ਕੇ ਕਿਸਾਨੀ ਦਾ ਸਾਡੇ ਹੱਥੋਂ ਸਾਡਾ ਸਾਰਾ ਕੁਝ ਖੋਹਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਬੇਨਤੀ ਕਰਦੇ ਹਾਂ ਸੈਂਟਰ ਨੂੰ, ਜਾਂ ਤਾਂ ਇਹ ਕਾਨੂੰਨ ਰੱਦ ਕਰ ਦਿਓ, ਜੇ ਨਹੀਂ ਰੱਦ ਕਰ ਸਕਦੇ ਇੱਕ ਐਸਾ ਕਾਨੂੰਨ ਹੋਰ ਬਣਾਓ ਤਿੰਨਾਂ ਦੇ ਵਿੱਚ, ਇਹਨੂੰ ਵੀ ਚੌਥੇ ਨੂੰ ਵੀ ਐਡ ਕਰੋ ਤਾਂ ਕਿ ਸਾਡੀ ਜਿਹੜੀ ਕਿਸਾਨੀ ਬਚ ਸਕੇ। ਇਹ ਅਸੀਂ ਜਿਹੜਾ ਹੈ ਤਿੰਨ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਤੇ ਤਾਂ ਅਸੀਂ ਸਹਿਮਤ ਨਹੀਂ ਹੈ, ਨਾ ਹੀ ਅਸੀਂ ਸਹਿਮਤ ਹੋਣਾ ਹੈ। ਅਸੀਂ ਆਪਣੀ ਮੰਗਾਂ ਦੇ ਅੱਗੇ ਪ੍ਰਧਾਨ ਮੰਤਰੀ ਨੂੰ ਮਜਬੂਰ ਕਰ ਦਿਆਂਗੇ, ਕਾਨੂੰਨ ਮੰਤਰੀ ਭਾਰਤ ਨੂੰ ਮਜਬੂਰ ਕਰ ਦਿਆਂਗੇ ਤਾਂ ਕਿ ਉਹ ਆਪਣਾ ਜਿਹੜਾ ਹੈ ਸਖਤ ਰਵੱਈਆ ਹੈ ਵਾਪਸ ਲਵੇ ਤੇ ਸਾਡਾ ਇੱਕ ਚੌਥਾ ਕਾਨੂੰਨ ਹੋਰ ਬਣਾਵੇ ਤਾਂ ਕਿ ਅਸੀਂ ਆਪਣਾ ਕਿਸਾਨੀ ਨੂੰ ਬਚਾ ਸਕੀਏ। ਜਿੱਦਾਂ ਰੇਲ ਰੋਕੀਆਂ ਹੋਈਆਂ ਨੇ ਉਸ ਨਾਲ ਕੇਂਦਰ ਸਰਕਾਰ ਦੇ ਉੱਤੇ ਤਾਂ ਦਬਾਅ ਬਣ ਰਿਹਾ, ਨਾਲ ਨਾਲ ਪੰਜਾਬ ਸਰਕਾਰ ਵੀ ਦੁਚਿੱਤੀ ਵਿੱਚ ਹੈਗੀ ਹੈ। ਕੈਪਟਨ ਸਾਹਿਬ ਵੀ ਕਹਿ ਚੁੱਕੇ ਨੇ ਕੋਲਾ ਘਟ ਜੂਗਾ ਇੱਥੇ ਤੇ ਹੋਰ ਜਿਹੜਾ ਸਮਾਨ ਹਿਮਾਚਲ ਨੂੰ ਸਪਲਾਈ ਹੁੰਦਾ ਹੈ ਤੇ ਉਹਦੀ ਮੁਸ਼ਕਲ ਆ ਖੜੀ ਹੋ ਸਕਦੀ ਹੈ। ਤੁਹਾਨੂੰ ਕੀ ਲੱਗਦਾ ਕਿ ਜੇ ਲੰਮਾ ਸਮਾਂ ਚੱਲਦਾ ਤਾਂ ਜਿਹੜੀ ਮਹਿੰਗਾਈ ਵੱਧ ਸਕਦੀ ਹੈ ਇਹਦੇ ਨਾਲ? ਦੇਖੋ ਜੀ, ਜਿਹੜੀ ਕੋਲੇ ਦੀ ਸਪਲਾਈ ਹੈ ਉਹ ਪੰਜਾਬ ਦੇ ਅੰਦਰ ਜਿਹੜੀ ਹੈ ਹੁਣ ਰੈਕ ਨਹੀਂ ਆ ਰਹੇ, ਉਹ ਹੁਣ ਹਰਿਆਣੇ ਤੱਕ ਰੈਕ ਆ ਰਹੇ ਹੈ। ਹਰਿਆਣੇ ਤੋਂ ਵੱਡੇ ਵੱਡੇ ਟਰੱਕਾਂ ਦੇ ਰਾਹੀਂ ਕੋਲਾ ਜਿਹੜਾ ਹੈ ਪਲਾਂਟਾਂ ਦੇ ਵਿੱਚ ਜਾ ਰਿਹਾ ਹੈ। ਇਹ ਤਾਂ ਸਰਕਾਰਾਂ ਜਿਹੜੀਆਂ ਐਵੇਂ ਹੀ ਪਾਗਲ ਬਣਾ ਰਹੀਆਂ ਕਿਸਾਨਾਂ ਨੂੰ ਕਿ ਕਿਸਾਨ ਕਮਜ਼ੋਰ ਹੋ ਜਾਣ, ਆਪਣਾ ਜਿਹੜਾ ਹੈਗਾ ਇੱਥੇ ਸੰਘਰਸ਼ ਖਤਮ ਕਰ ਦੇਣ। ਕਿਸਾਨ ਹੁਣ ਜਾਗ ਉੱਠਿਆ, ਕਿਸਾਨ ਨੂੰ ਸਾਰਾ ਪਤਾ ਹੈ ਹੁਣ ਉਹ ਟਾਈਮ ਨਹੀਂ ਹੈਗਾ ਪਹਿਲੇ ਵਾਲਾ ਜਿਹੜੀਆਂ ਆਪਣਾ ਲੁਭਾਵਨੇ ਸੁਪਨੇ ਦੇ ਕੇ ਕਿਸਾਨਾਂ ਨੂੰ ਪਿੰਡਾਂ 'ਚੋਂ ਵੋਟਾਂ ਲੈ ਜਾਂਦੀਆਂ ਸੀ। ਹੁਣ ਉਹ ਸਮਾਂ ਚਲਾ ਗਿਆ, ਕਿਸਾਨ ਜਾਗਰੂਕ ਹੋ ਗਿਆ। ਸਾਡੀ ਪੂਰੀ 31 ਜਥੇਬੰਦੀਆਂ ਇੱਕ ਝੰਡੇ ਦੇ ਥੱਲੇ ਬੈਠੀਆਂ ਲਾਲੜੂ ਸਟੇਸ਼ਨ ਦੇ ਉੱਪਰ ਤੇ ਹੁਣ ਇਹਨਾਂ ਨੂੰ ਜਿਹੜੇ ਆ ਆਪਣੇ ਜਿਹੜੇ ਡਰਾਮੇਬਾਜ਼ੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਜੀ ਬਿਲਕੁਲ, ਤੁਸੀਂ ਲਾਲੜੂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਭਰਾ ਆਪਣੇ ਘਰ-ਬਾਰ ਛੱਡ ਕੇ ਇੱਥੇ ਬੈਠੇ ਹੋਏ ਨੇ ਕਿਉਂਕਿ ਕਿਸਾਨਾਂ ਨੂੰ ਸ਼ੱਕ ਹੈ, ਖਦਸ਼ਾ ਵੀ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਇਹ ਸਾਡੇ ਬੱਚਿਆਂ ਦਾ ਵੀ ਭਵਿੱਖ ਤਬਾਹ ਕਰਨਗੇ। ਇਸ ਨਾਲ ਸਮਾਜ ਦੇ ਉੱਤੇ ਵੀ ਬੁਰਾ ਅਸਰ ਪਏਗਾ, ਮਹਿੰਗਾਈ ਵੀ ਵਧੇਗੀ ਤੇ ਜਿਹੜੇ ਕਿਸਾਨਾਂ ਦੀ ਹਾਲਤ ਤਾਂ ਪਹਿਲੀ ਹੀ ਪਤਲੀ ਹੈ ਹੋਰ ਪਤਲੀ ਹੋ ਜਾਏਗੀ। ਕਿਸਾਨਾਂ ਨੂੰ ਪਹਿਲਾਂ ਕਰਜ਼ਾ ਚੁੱਕ ਕੇ ਡੰਗ ਟਪਾਉਣਾ ਪੈਂਦਾ ਹੈ ਤੇ ਇਹ ਕਰਜ਼ਾ ਚੁੱਕਣ ਦੀ ਨੌਬਤ ਕਿਉਂ ਆਈ, ਅਸੀਂ ਇਸ ਉੱਤੇ ਵੀ ਚਰਚਾ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਨੂੰ ਕਰਜ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ? ਬਹੁਤ ਵਾਰੀ ਅਜਿਹੀਆਂ ਚਰਚਾਵਾਂ ਵੀ ਛਿੜੀਆਂ ਪਰ ਕਿਸਾਨ ਕਰਜ਼ਾ ਮੁਕਤ ਹਾਲੇ ਤੱਕ ਨਹੀਂ ਹੋਇਆ। ਕਰਜ਼ਾ ਮੁਕਤ ਇਹ ਜਿਹੜੀ ਸਰਕਾਰਾਂ ਦੀ ਪਾਲਿਸੀਆਂ ਹੁੰਦੀਆਂ, ਇਹ ਜਿਹੜੇ ਨਾਅਰੇ ਹੁੰਦੇ ਇਹਨਾਂ ਦੇ, ਇਹ ਜਦੋਂ ਚੋਣ ਹੁੰਦੀ ਹੈ ਉਦੋਂ ਹੀ ਹੁੰਦੇ ਆ, ਨਹੀਂ ਤਾਂ ਇਹ ਸਾਰਾ ਕੁਝ ਭੁੱਲ ਜਾਂਦੇ ਆ ਵੀ ਅਸੀਂ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਆ, ਠੀਕ ਹੈ ਨਾ, ਵੀ ਉਹ ਪੂਰਾ ਕਰੀਏ। ਉਹਦਾ ਲੋਕਾਂ ਨੂੰ ਗੁੰਮਰਾਹ ਕਰਕੇ ਚੋਣ ਜਿੱਤਣੀ ਹੁੰਦੀ ਹੈ। ਉਹ ਆਪਣਾ ਇਹ ਜਿਹੜੇ ਵੀ ਇਹ ਕਰ ਦਿਆਂਗੇ, ਉਹ ਕਰ ਦਾਂਗੇ, ਕਰਜ਼ਾ ਮੁਕਤ ਕਰ ਦਿਆਂਗੇ, ਇਹ ਨਹੀਂ ਹੋਣਾ। ਅੱਜ ਜੋ ਕਿਸਾਨ ਆਤਮ ਹੱਤਿਆ ਕਰ ਰਿਹਾ ਔਰ ਆਪਣੀ ਦਿੱਕਤਾਂ ਦੇ ਅੰਦਰ ਆਪਣਾ ਬਾਹਰ ਬੈਠਿਆ, ਲਾਈਨਾਂ ਦੇ ਬੈਠਿਆ ਹੈਗਾ, ਠੀਕ ਹੈ ਨਾ, ਕੋਈ ਕਿਸਾਨ ਦਾ ਇਸ ਤਰ੍ਹਾਂ ਕਰਜ਼ੇ ਮਾਫ ਨਹੀਂ ਹੋਏ ਔਰ ਨਾ ਇਹਨਾਂ ਨੇ ਕਰਨਾ, ਨਾ ਇਹਨਾਂ ਦੀ ਪਾਲਿਸੀ ਹੈ। ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਕਿ ਕਿਸਾਨਾਂ ਨੂੰ ਕਰਜ਼ਾ ਲੈਣਾ ਹੀ ਨਾ ਪਵੇ ਤੇ ਉਹਦੇ ਲਈ ਕੀ ਨੀਤੀ ਹੋਣੀ ਚਾਹੀਦੀ ਹੈ? ਸਰਕਾਰਾਂ ਨੂੰ ਕੀ ਯੋਜਨਾ ਬਣਾਉਣੀ ਚਾਹੀਦੀ ਹੈ?
ਦੇਖੋ ਜੇਕਰ ਨਾ ਜਿਹੜਾ ਕਿਸਾਨਾਂ ਦੀ ਜਿਹੜੀ ਆ ਫਸਲ ਹੈ ਉਹਦਾ ਇਹਨਾਂ ਨੂੰ ਵਾਜਬ ਮੁੱਲ ਮਿਲੇ ਔਰ ਜਿੰਨਾ ਉਹਦੇ ਉੱਤੇ ਖਰਚਾ ਆਇਆ ਕਿਸਾਨ ਦਾ ਫਸਲ ਦੇ ਉੱਪਰ ਉਸਕੇ ਉੱਪਰ ਘੱਟੋ ਘੱਟ 50% ਪ੍ਰੋਫਿਟ ਹੋਣਾ ਚਾਹੀਦਾ ਆ। ਔਰ ਇਹਦੇ ਨਾਲ ਦੀ ਨਾਲ ਜੇਕਰ ਕਿਸਾਨ ਨੂੰ ਕੋਈ ਜੇ ਬੁਢਾਪਾ ਆ ਜਾਂਦਾ ਆ, ਸਾਰੀ ਉਮਰ ਜਿਹੜਾ ਮਿਹਨਤ ਕਰਦਾ, ਸਾਰੇ ਪਰਿਵਾਰ ਨੂੰ ਹੱਡ ਭੰਨਵੀਂ ਮਿਹਨਤ ਰਾਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤ 'ਚ ਕੰਮ ਕਰਦਾ ਆ, ਤਾਂ ਜਦੋਂ ਬੁਢਾਪਾ ਆਉਂਦਾ ਆ ਉਹਦਾ ਬੁਢਾਪਾ ਜਿਹੜਾ ਦੁੱਬਰ ਹੋ ਜਾਂਦਾ ਆ, ਕਿਸਾਨ ਨੂੰ ਜਿਹੜਾ ਆ ਸਰਕਾਰ ਪੈਨਸ਼ਨ ਦੇਵੇ ਔਰ ਉਹਦੀ ਫਸਲ ਜੇਕਰ ਆਫਤ ਆ ਜਾਂਦੀ, ਹਨੇਰੀ ਆ ਜਾਂਦੀ, ਤੂਫਾਨ ਆ ਜਾਂਦੇ, ਓਲੇ ਪੈ ਜਾਂਦੇ ਆ ਤਾਂ ਫਸਲ ਤਬਾਹ ਹੋ ਜਾਂਦੀ ਹੈ। ਸਰਕਾਰ ਜਿਹੜੀ ਉਹਦੀ ਫਸਲ ਦਾ ਬੀਮਾ ਹੋਣਾ ਚਾਹੀਦਾ ਆ ਬਈ ਜੇ ਬੀਮਾ ਮਤਲਬ ਹੋਵੇ ਤਾਂ ਕਿਸਾਨ ਕਦੇ ਖੁਦਕਸ਼ੀਆਂ ਨਹੀਂ ਕਰ ਸਕਦਾ। ਜੇਕਰ ਉਹਨੂੰ ਲੋਨ ਵੀ ਕਈ ਕਿਸਮ ਦੇ ਆ, ਜੇ ਕਿਸਾਨ ਲੋਨ ਲੈਂਦਾ ਆ ਉਹਦੇ ਉੱਪਰ ਜਦੋਂ ਨਹੀਂ ਮੋੜੀ ਜਾਂਦੀ ਕਿਸ਼ਤਾਂ ਤਾਂ ਉਹਨੂੰ ਜਿਹੜਾ ਕੁਰਕੀ ਵਾਲੇ ਪਾਸੇ ਉਹਨੂੰ ਸਰਕਾਰ ਵੱਧਦੀ ਹੈ। ਔਰ ਦੂਸਰੇ ਪਾਸੇ ਜੇ ਕਾਰਪੋਰੇਟ ਲੋਨ ਲੈਂਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ। ਆ ਪਿੱਛੇ ਜਿਹੜਾ ਆ ਮੇਹਲ ਚੌਕ ਸੀ, ਕਈ ਹਜ਼ਾਰ ਕਰੋੜ ਲੈ ਕੇ ਭੱਜ ਗਿਆ, ਨੀਰਵ ਮੋਦੀ ਕਈ ਹਜ਼ਾਰ ਕਰੋੜ ਰੁਪਏ ਲੈ ਕੇ ਭੱਜ ਗਿਆ, ਵਿਜੇ ਮਾਲੀਆ ਲੈ ਕੇ ਭੱਜ ਗਿਆ, ਬੈਂਕਾਂ ਨੂੰ ਜਿਹੜਾ ਲੁੱਟ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ। ਫਿਰ ਇਹ ਸਰਕਾਰ ਨੇ ਲਿਆ ਕੇ ਇੱਕ ਕਾਨੂੰਨ ਪਾਰਲੀਮੈਂਟ ਦੇ ਵਿੱਚ 68,000 ਕਰੋੜ ਦਾ ਇਹਨਾਂ ਦਾ ਕਰਜ਼ਾ ਮਾਫ ਕਰਤਾ। ਕਿਸਾਨਾਂ ਦਾ ਕਿਸੇ ਦਾ ਵੀ ਕਰਜ਼ਾ ਨਹੀਂ ਮਾਫ ਕੀਤਾ ਔਰ ਕਾਰਪੋਰੇਟ ਨੂੰ ਅੱਗੇ ਲੈ ਕੇ ਜਾ ਰਹੇ ਆ। ਔਰ ਜਿਹੜਾ ਕਿਸਾਨ ਜਿਹੜਾ ਮਾੜਾ ਮੋਟਾ ਉਹ ਆਪਣੇ ਸਟੈਂਡ ਤੇ ਖੜਦਾ ਸੀਗਾ, ਇਹ ਜਿਹੜੇ 3 ਆਰਡੀ ਨੇ ਸਰਕਾਰ ਨੇ ਲਿਆਂਦੇ ਆ, ਇਹਨਾਂ ਦੇ ਨਾਲ ਕਿਸਾਨ ਦਾ ਜਿਹੜਾ ਰੀੜ੍ਹ ਦੀ ਹੱਡੀ ਟੁੱਟ ਜਾਣੀ ਆ, ਕਿਸਾਨ ਬਰਬਾਦ ਹੋ ਜਾਣਾ ਆ। ਜੇ ਕਿਸਾਨ ਬਰਬਾਦ ਹੋਊਗਾ ਇਹਦੇ ਨਾਲ ਆੜਤੀ ਵੀ ਡੁੱਬ ਜਾਣਗੇ, ਮਜ਼ਦੂਰ ਵੀ ਡੁੱਬ ਜਾਏਗਾ, ਛੋਟਾ ਵਪਾਰੀ ਵੀ ਡੁੱਬ ਜਾਏਗਾ, ਕਿਸਾਨ ਤਾਂ ਡੁੱਬਿਆ ਇਹਨਾਂ ਆਰਡੀਨੈਂਸਾਂ ਦੇ। ਬਿਲਕੁਲ, ਜਿੱਦਾਂ ਤੁਸੀਂ ਲਗਾਤਾਰ ਧਰਨੇ ਉੱਤੇ ਬੈਠੇ ਹੋਏ ਹੋ, ਪਰ ਕੇਂਦਰ ਸਰਕਾਰ ਦੇ ਰਵੱਈਏ ਤੋਂ ਇਹ ਲੱਗ ਰਿਹਾ ਕਿ ਮੋਦੀ ਸਾਹਿਬ ਦੇ ਅੱਜ ਵੀ ਬਿਆਨ ਆਏ ਨੇ, ਉਹ ਇਹਨਾਂ ਬਿੱਲਾਂ ਦੀ ਕਾਨੂੰਨਾਂ ਦੀ ਤਾਰੀਫ ਕਰਦੇ ਜਾ ਰਹੇ ਨੇ। ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੰਡੀ ਦਾ ਜਿਹੜਾ ਢਾਂਚਾ ਹੈਗਾ ਉਸ ਨੂੰ ਸੁਧਾਰਨਾ ਚਾਹੁੰਦੇ ਹਾਂ, ਕਿਸਾਨਾਂ ਦੀ ਇਨਕਮ ਵਧਾਉਣਾ ਚਾਹੁੰਦੇ ਹਾਂ ਤਾਂ ਜੋ ਜਿਹੜੇ ਪਹਿਲਾਂ ਆੜਤੀਆਂ ਰਾਹੀਂ ਲੁੱਟ ਹੁੰਦੀ ਰਹੀ ਹੈ ਕਿਸਾਨਾਂ ਦੀ ਉਹ ਵੀ ਬੰਦ ਹੋ ਸਕੇ। ਤੇ ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਜਿਹੜਾ ਰਵੱਈਆ ਉਹ ਐਂ ਲੱਗ ਰਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਬੜਾ ਹਲਕੇ ਵਿੱਚ ਲੈ ਰਹੇ ਨੇ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਜਗਾਉਣ ਲਈ ਫਿਰ ਕਿ ਤੁਹਾਨੂੰ ਅਗਲਾ ਕਦਮ ਕੀ ਚੁੱਕਣਾ ਚਾਹੀਦਾ ਹੈ? ਗੱਲ ਇਸਦਾ ਜੇ ਮੋਦੀ ਇਹ ਗੱਲ ਕਹਿੰਦਾ ਆ ਬਈ ਮੈਂ ਕਿਸਾਨਾਂ ਦੇ ਫਾਇਦੇ 'ਚ ਇਹ ਗੱਲ ਕਰ ਰਿਹਾ, ਜਦੋਂ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਤਾਂ ਪ੍ਰਧਾਨ ਮੰਤਰੀ ਖੁਦ ਕਿਉਂ ਨਹੀਂ ਗੱਲ ਕਰਦਾ? ਕਿਸਾਨਾਂ ਦੀ ਜਿਹੜੀ ਗੱਲ ਸੁਣੇ, ਉਹਨਾਂ ਨਾਲ ਦਲੀਲ ਨਾਲ ਗੱਲ ਕਰੇ। ਜੇਕਰ ਵਾਕਿਓ ਇਹ ਫਾਇਦੇ ਵਾਲਾ ਕਾਨੂੰਨ ਸੀਗਾ ਫਿਰ ਉਹ ਡਰਦਾ ਕਿਉਂ ਆ ਗੱਲਬਾਤ ਕਰਨ ਤੋਂ? ਉੱਥੇ ਕੋਈ ਜਿਹੜਾ ਕ੍ਰਿਸ਼ੀ ਮੰਤਰੀ ਹੈ ਉਹ ਵੀ ਨਹੀਂ ਮਤਲਬ ਗੱਲ ਕਰਦਾ ਇਹਨਾਂ ਨਾਲ। ਇਸ ਕਰਕੇ ਸਰਕਾਰ ਜਾਣ ਬੁੱਝ ਕੇ ਲੋਕਾਂ ਨੂੰ ਪ੍ਰਚਾਰ ਕਰ ਰਹੀ, ਗੁੰਮਰਾਹ ਕਰ ਰਹੀ ਆ। ਕੋਈ ਇਹ ਕਿਸਾਨ ਦੇ ਹੱਕ ਦੇ ਕਾਨੂੰਨ ਨਹੀਂ, ਕਿਸਾਨ ਵਿਰੋਧੀ ਆ। ਅੱਜ ਸਾਰੇ ਦੇਸ਼ ਦੇ ਕਿਸਾਨ, ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ ਸੜਕਾਂ ਤੇ ਬੈਠੇ ਆ। ਕਿਸੇ ਦਾ ਜੀ ਨਹੀਂ ਕਰਦਾ ਉਰੇ ਰੇਲਾਂ ਦੀ ਪਟੜੀਆਂ ਤੇ ਬੈਠ ਕੇ ਦਿਨ ਰਾਤ ਧੱਕੇ ਉਰੇ ਖਾਈਏ। ਉਹਨਾਂ ਨੂੰ, ਕਿਸਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਬਈ ਜੇ ਇਹ ਕਾਨੂੰਨ ਰੱਦ ਨਾ ਹੋਏ ਆਉਣ ਵਾਲੀ ਪੀੜ੍ਹੀਆਂ ਸਾਡੀ ਬਰਬਾਦ ਹੋ ਜਾਣਗੀ। ਸਾਡੇ ਬੱਚੇ ਜਿਹੜੇ ਆ ਉਹਨਾਂ ਦਾ ਭਵਿੱਖ ਖਰਾਬ ਹੋ ਜਾਏਗਾ, ਕਿਉਂਕਿ ਸਰਕਾਰ ਨੇ ਨੌਕਰੀਆਂ ਪਹਿਲਾਂ ਬੰਦ ਕਰਤੀਆਂ ਔਰ ਕਿਸਾਨੀ ਨੂੰ ਇਹ ਤਬਾਹ ਕਰਨ ਲੱਗੇ ਹੋਏ ਆ। ਹਰ ਤਬਕਾ ਜਿਹੜਾ ਆ ਮਾਰ ਮਤਲਬ ਪੈਣੀ ਹੈ। ਔਰ ਦੂਜੇ ਪਾਸੇ ਕਾਰਪੋਰੇਟ ਘਰਾਣੇ ਆ ਉਹ ਦਿਨ ਦੁੱਗਣੀ ਰਾਤ ਚੌਗਣੀ ਵਧਾਂਗੇ ਔਰ ਹਿੰਦੁਸਤਾਨ ਦਾ ਜਿਹੜਾ GDP ਹੈ ਉਹ ਮਾਈਨਸ ਤੇ ਚੱਲ ਰਹੀ ਆ। ਜਦੋਂ ਮੋਦੀ ਸਰਕਾਰ ਆਈ ਆ ਉਦੋਂ ਤੋਂ GDP ਡਾਊਨ ਹੁੰਦੀ ਚਲੀ ਗਈ ਔਰ ਹੁਣ ਜਿਹੜੀ ਹੈ ਉਹ 35-38% ਮਾਈਨਸ ਤੇ ਚਲੀ ਗਈ ਆ। ਦੇਸ਼ ਤਬਾਹ ਹੋ ਗਿਆ। ਔਰ ਜੇਕਰ ਇਦਾਂ ਦੀ ਇਹ ਰਿਹਾ, ਲੋਕਾਂ ਦੇ ਹੱਕ ਦੀ ਗੱਲ ਨਾ ਇਹਨੇ ਮੋਦੀ ਨੇ ਕੀਤੀ ਤਾਂ ਦੇਸ਼ ਬਰਬਾਦ ਹੋ ਜਾਣਾ। ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਮੋਦੀ ਸਾਹਿਬ ਨੂੰ ਇਹ ਮੰਨਿਆ ਜਾਂਦਾ ਹੈ ਕਿ ਬੜੇ ਸਖਤ ਫੈਸਲੇ ਲੈਂਦੇ ਨੇ ਤੇ ਜਿਹੜਾ ਇਹਨਾਂ ਨੇ ਫੈਸਲਾ ਲੈ ਲਿਆ ਉਸ ਤੋਂ ਪਿੱਛੇ ਨਹੀਂ ਹਟਦੇ। ਉਹ ਭਾਵੇਂ ਜੰਮੂ ਕਸ਼ਮੀਰ ਦੇ ਮਾਮਲੇ ਵਿੱਚ ਵੀ ਆਪਾਂ ਦੇਖ ਲਿੱਤਾ ਹੈ ਤੇ NRC ਦੇ ਮਾਮਲੇ 'ਚ ਵੀ ਦੇਖ ਲਿੱਤਾ ਆਪਾਂ। ਤੇ ਤੁਹਾਨੂੰ ਕੀ ਲੱਗਦਾ ਕਿ ਖੇਤੀ ਕਾਨੂੰਨਾਂ ਦੀ ਤਾਰੀਫਾਂ ਕੇਂਦਰ ਸਰਕਾਰ ਦੇ ਵੱਲੋਂ ਬੰਨੀਆਂ ਜਾ ਰਹੀਆਂ ਨੇ? ਮਤਲਬ ਕਿ ਅੰਦੋਲਨ ਜਿਹੜਾ ਹੈਗਾ ਕਿਸਾਨਾਂ ਦਾ ਉਹ ਵੀ ਲਗਾਤਾਰ ਚੱਲ ਰਿਹਾ, ਪਰ ਉਸ ਦੇ ਬਾਵਜੂਦ ਦੂਜੇ ਪਾਸੇ ਕੇਂਦਰੀ ਮੰਤਰੀ ਇਹਨਾਂ ਤਾਰੀਫਾਂ ਕਰਦੇ ਜਾ ਰਹੇ ਨੇ। ਕਿੱਦਾਂ ਮੋਦੀ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕਦਾ ਹੈ? ਕਿਸਾਨਾਂ ਨੂੰ ਅਗਲਾ ਕਦਮ ਕੀ ਚੁੱਕਣਾ ਪਏਗਾ? ਕਿਉਂਕਿ ਧਰਨੇ ਮੁਜ਼ਾਹਰੇ ਨੂੰ ਲੱਗਿਆ ਨੂੰ ਵੀ ਹੁਣ ਤੱਕ ਕਾਫੀ ਦਿਨ ਹੋ ਗਏ। ਦੇਖੋ ਜੀ, ਗੱਲ ਇਹ ਹੈ, ਜੇਕਰ ਇਹ ਕਾਨੂੰਨ ਵਧੀਆ ਮੋਦੀ ਕਹਿੰਦਾ ਜਾਂ BJP ਕਹਿੰਦੀ ਹੈ ਜਾਂ ਉਹਨਾਂ ਦੀ ਸਾਰੀ ਕੈਬਨਿਟ ਕਹਿੰਦੀ ਹੈ, ਉਹਨਾਂ ਨੂੰ ਕੀ ਦਿੱਕਤ ਹੈ ਸਾਡੇ 'ਚ ਆ ਕੇ ਬੈਠਣ?
ਸਮਝਾਉਣ ਸਾਨੂੰ ਜਿਹੜੀ ਗੱਲ ਉਹਨਾਂ ਦੇ ਸਮਝ ਆ ਜਾਏ ਸਾਨੂੰ ਵੀ ਸਮਝਾਉਣ ਉਹ ਸਾਡੇ ਵਿੱਚ ਕਿਉਂ ਨਹੀਂ ਆਉਂਦੇ। ਅਸੀਂ ਦੇਖਦੇ ਹਾਂ ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਪੰਜਾਬ 'ਚ ਜਿੰਨੇ ਵੀ ਹੈਗੇ ਉਹ ਜਨਤਾ 'ਚ ਕਿਉਂ ਨਹੀਂ ਆਉਂਦੇ। ਜਨਤਾ ਨੂੰ ਤਾਂ ਸਮਝਾ ਸਕਦੇ। ਜਿੰਨੇ ਵੀ ਸਾਡੇ ਕਿਸਾਨ ਵੀਰ ਐਜੀਟੇਸ਼ਨ ਤੇ ਬੈਠੇ ਆ ਸਾਰੇ ਤਾਂ ਅਨਪੜ੍ਹ ਨਹੀਂ ਹੈਗੇ, ਸਾਰੇ ਤਾਂ ਮੂਰਖ ਨਹੀਂ ਹੈਗੇ। ਜਾਂ ਜਿੰਨੇ ਵੀ ਕੋਈ ਹਾਂ ਦਾ ਨਾਰਾ ਮਾਰ ਰਿਹਾ ਕੋਈ ਵੀ ਲਾ ਲਓ, ਚਾਹੇ ਮਜ਼ਦੂਰ ਹੈ ਚਾਹੇ ਆੜਤੀਏ ਤਾਂ ਪਾਗਲ ਨਹੀਂ ਹੈਗੇ। ਚੱਲ ਜ਼ਿਮੀਂਦਾਰਾਂ ਨੂੰ ਘੱਟ ਦਿਮਾਗ ਹੋਣਾ, ਆੜਤੀਆਂ ਨੂੰ ਤਾਂ ਘੱਟ ਨਹੀਂ ਹੈਗਾ। ਜਿਹੜੇ ਬੈਠੇ ਬੈਠੇ ਪੈਸਾ ਕਮਾਉਂਦੇ ਆ ਉਹ ਵੀ ਉਹਨਾਂ ਦੇ ਖਿਲਾਫ ਨੇ। ਜੇਕਰ ਉਹ ਚਾਹੁੰਦੇ ਆ, ਉਹ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੀ 2022 'ਚ ਡਬਲ ਆਮਦਨ ਕਰ ਦਿਆਂਗੇ, ਮੰਨ ਲਈ ਗੱਲ ਉਹ ਕਰ ਦੇਣਗੇ। ਪਰ ਜਿਹੜਾ ਅੱਜ ਉਹਨਾਂ ਨੇ ਝੋਨੇ ਦਾ 50 ਰੁਪਏ ਰੇਟ ਵਧਾਇਆ ਉਹ 500 ਰੁਪਏ ਕਿਉਂ ਨਹੀਂ ਵਧਿਆ। ਤਾਂ ਹੀ ਡਬਲ ਹੋਊਗੀ ਜੇ ਪਰ ਸੀਜ਼ਨ 500 ਰੁਪਏ ਵਧਾਉਣਗੇ, ਫਿਰ ਡਬਲ ਕਿਸ ਤਰ੍ਹਾਂ ਹੋਊਗੀ ਮੈਨੂੰ ਦੱਸਣ। ਉਹ ਆ ਕੇ ਦੱਸਣ ਨਾ ਇੱਥੇ। ਜਿੱਦਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਜਾ ਕੇ ਦਿੱਲੀ ਵੀ ਜਾਮ ਕਰਨੀ ਪੈਣੀ ਹੈ, ਕਿਉਂਕਿ ਦਿੱਲੀ ਸਰਕਾਰ ਦੇ ਕੰਨ ਤੋਂ ਜੂੰ ਸਿਰਕਦੀ ਨਜ਼ਰ ਨਹੀਂ ਆ ਰਹੀ ਕੇਂਦਰ ਸਰਕਾਰ ਦੇ ਕੰਨ ਤੋਂ, ਤੇ ਕੀ ਅਗਲਾ ਕਦਮ ਹੋਣਾ ਚਾਹੀਦਾ ਹੈ? ਕਿਸਾਨ ਸਾਰੇ ਜਥੇਬੰਦੀਆਂ ਨੂੰ ਦਿੱਲੀ ਜਾ ਕੇ ਜਾਮ ਕਰਨੀ ਚਾਹੀਦੀ ਹੈ? ਕੀ ਮਹਿਸੂਸ ਕਰਦੇ ਤੁਸੀਂ? ਇਹ ਸਾਥੀਓ ਵੀ ਜਿਹੜੀ ਹਿੰਦੁਸਤਾਨ ਦੀ 240 ਜਥੇਬੰਦੀਆਂ ਹੈਗੀ ਕਿਸਾਨਾਂ ਦੀ, ਉਹਨਾਂ ਨੇ ਕਾਲ ਦੇ ਦਿੱਤੀ 26 ਤਰੀਕ ਦਿੱਲੀ ਜਾਣ ਦੀ। ਸਾਰੇ ਹਿੰਦੁਸਤਾਨ ਦੇ 22 ਟ੍ਰੇਨਾਂ ਗੱਡੀਆਂ ਰਾਹੀਂ ਕਿਸੇ ਵੀ ਢੰਗ ਨਾਲ ਉਹ ਦਿੱਲੀ ਪਹੁੰਚ ਰਹੇ ਆ 26 ਔਰ 27 ਤਰੀਕ ਨੂੰ। ਅਸੀਂ ਖੁਦ ਜਾਵਾਂਗੇ। ਹੁਣ ਦਿੱਲੀ ਦੇ ਅੰਦਰ ਦਿੱਲੀ ਦਾ ਪਾਰਲੀਮੈਂਟ ਦਾ ਘਰਾਓ ਕਰਾਂਗੇ ਜਾ ਕੇ। ਅੱਗੇ ਉਹ ਕਿਆ ਕਰਦੇ ਆ, ਸਾਡੇ ਦੇ ਲਾਠੀ ਚਾਰਜ ਕਰਦੇ ਆ, ਸਾਡੇ ਦੇ ਆਪਣਾ ਸਾਡੀ ਗ੍ਰਿਫਤਾਰੀਆਂ ਕਰਦੇ ਆ, ਗੋਲੀ ਚਲਾਉਂਦੇ ਆ, ਕਿਆ ਕਰਦੇ ਆ, ਉਹ ਅਗਲੀ ਰਣਨੀਤੀ ਹੋਊਗੀ। ਜਿੱਦਾਂ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਇਜਲਾਸ ਸੱਦਿਆ ਹੈ ਉਸ ਵਿੱਚ ਦੇਖਾਂਗੇ ਤੁਸੀਂ ਕੀ ਕਰਦੇ ਹੋ। ਕਿ ਪਹਿਲੀ ਗੱਲ ਤਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਤੁਹਾਨੂੰ ਮਤੇ ਲਿਆਉਣੇ ਚਾਹੀਦੇ ਨੇ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਦਿੱਲੀ ਦੇ ਵਿੱਚ ਧਰਨਾ ਵੀ ਦਿੱਤਾ ਸੀਗਾ। ਕੀ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਅਜੇ ਮਤੇ ਪਾਸ ਹੋਣੇ ਚਾਹੀਦੇ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ? ਬਿਲਕੁਲ ਹੋਣੇ ਚਾਹੀਦੇ। ਅਸੀਂ ਇਹਦਾ ਸਵਾਗਤ ਕਰਦੇ ਹਾਂ। ਜੇ ਪੰਜਾਬ ਅਸੈਂਬਲੀ ਦੇ ਅੰਦਰ ਇਸ ਜੋ ਆਰਡੀਨੈਂਸ ਹੈ ਇਹਨਾਂ ਦੇ ਖਿਲਾਫ ਮਤਾ ਪਏ, ਠੀਕ ਹੈ ਨਾ, ਠੀਕ ਹੈ, ਗੱਲ ਦਰੁਸਤ ਹੈ, ਪੈਣਾ ਚਾਹੀਦਾ। ਇਹ ਕਿਸਾਨਾਂ ਦੇ ਹੱਕ ਦੀ ਗੱਲ ਹੈ ਜੀ। ਤੋ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਵੀ ਕਿਸਾਨ ਧਰਨਾ ਦੇਣਗੇ, ਸਾਰੇ ਜਣੇ ਉੱਥੇ ਇਕੱਠੇ ਹੋਣਗੇ, ਤੇ ਵੱਡੀ ਜਿਹੜੀ ਮੰਗ ਕੀ ਕਿਸਾਨਾਂ ਦੀ ਹੋਣੀ ਚਾਹੀਦੀ ਹੈ? ਤੁਹਾਨੂੰ ਕੀ ਲੱਗਦਾ ਕਿਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ? ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੀਦਾ ਜਾਂ ਅਮੈਂਡਮੈਂਟ ਦੀ ਲੋੜ ਹੈ? ਦੇਖੋ ਗੱਲ ਇੱਕ ਹੈ ਵੀ ਮੁੱਖ ਜਿਹੜੀ ਕਿਸਾਨੀ ਦੀ ਲੜਾਈ ਹੈ ਉਹ ਹੈ ਵੀ ਜਿਹੜੇ ਇਹ FCI ਤੋੜਨ ਜਾ ਰਹੀਆਂ, ਇਸ ਤੋਂ ਪਿੱਛੇ ਆਣਾ ਸਾਰਾ ਕੁਝ। ਜਿਹੜੀ ਛੋਟੀ ਕੰਪਨੀਆਂ ਹੈਗੀ ਜਿਹੜਾ ਮਾਰਕਫੈਡ ਹੈ ਹੋਰ ਹੈ ਪੰਜਾਬ ਦੇ ਅੰਦਰ ਹੈ, ਇਹਨਾਂ ਦਾ ਖਾਤਮਾ ਕਰ ਦੇਣਾ। ਉਸ ਤੋਂ ਬਾਅਦ ਜਿਹੜਾ ਮੰਡੀ ਬੋਰਡ ਹੈਗਾ, ਮੰਡੀਆਂ ਹੈਗੀ, ਇਹ ਸਾਰੀ ਖਤਮ ਕਰ ਦੇਣੀ ਹੈ। ਤਾਂ ਉਸ ਦੇ ਅੰਦਰ ਵੀ ਜਿਹੜੀ ਸਪੋਰਟ ਪ੍ਰਾਈਸ ਹੈ ਸਾਡੀ, ਜਦੋਂ ਮੰਡੀਆਂ ਹੀ ਖਤਮ ਹੋ ਜਾਣੀ, ਇਹ ਖਤਮ ਹੋ ਜਾਣੇ, ਅਦਾਰੇ ਖਤਮ ਹੋ ਜਾਣੇ, ਤਾਂ ਸਪੋਰਟ ਪ੍ਰਾਈਸ ਦਾ ਤਾਂ ਕੋਈ ਮੈਨੇ ਨਹੀਂ ਰਹਿੰਦਾ ਫਿਰ। ਔਰ ਉਸ ਦੇ ਅੰਦਰ ਅਸੀਂ ਕਹਿ ਰਹੇ ਵੀ ਜਿਹੜੇ ਆਰਡੀਨੈਂਸ ਜਾਰੀ ਕਰੇ ਹੈ, ਠੀਕ ਹੈ ਨਾ, ਉਹਨਾਂ 'ਚ ਲਿਖ ਦਿਓ ਤੁਸੀਂ ਵੀ ਸਪੋਰਟ ਪ੍ਰਾਈਸ ਹੈ, ਇਹ ਕੰਟੀਨਿਊ ਚੱਲੇਗੀ। ਇਹ ਗਰੰਟੀ ਕੋਈ ਕੰਪਨੀ ਸਪੋਰਟ ਪ੍ਰਾਈਸ ਤੋਂ ਘੱਟ ਨਹੀਂ ਖਰੀਦ ਸਕਦੀ, ਉਹ ਨਹੀਂ ਹੈਗੀ ਲਾਈਨ ਉਸ ਦੇ ਅੰਦਰ। ਜੀ, ਇੱਕ ਚੀਜ਼ ਹੋਰ ਹੈ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਹਮੇਸ਼ਾ ਸਰਕਾਰਾਂ ਗੱਲਾਂ ਕਰਦੀਆਂ ਨੇ, ਪਰ ਜੇ ਦੇਖਿਆ ਜਾਵੇ ਸਾਡਾ ਗੁਆਂਢੀ ਸੂਬਾ ਪਾਕਿਸਤਾਨ ਹੈਗਾ, ਉਹਦੇ ਨਾਲ ਸਾਡੇ ਬਾਰਡਰ ਬੰਦ ਹੈਗੇ ਨੇ, ਸਾਡੇ ਕੋਲ ਕੌਮਾਂਤਰੀ ਹਵਾਈ ਅੱਡੇ ਵੀ ਹੈਗੇ ਨੇ, ਮੋਹਾਲੀ ਚੰਡੀਗੜ੍ਹ ਦੇ ਵਿੱਚ ਵੀ, ਅੰਮ੍ਰਿਤਸਰ ਦੇ ਵਿੱਚ ਵੀ ਹੈਗਾ। ਤੇ ਜੇ ਇੱਥੋਂ ਖੇਤੀ ਆਪਣੇ ਮੁੱਖ ਆਧਾਰ ਹੈ ਪੰਜਾਬ ਦਾ, ਜੇ ਇੱਥੇ ਖੇਤੀ ਇੰਡਸਟਰੀ ਲਾਈ ਜਾਵੇ ਤਾਂ ਇੱਥੇ ਕਾਰੋਬਾਰ ਵੱਧ ਸਕਦਾ ਹੈ। ਕਿ ਇਸ ਅੰਦੋਲਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਮੰਗ ਵੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਪਹਿਲੀ ਗੱਲ ਤਾਂ ਗੁਆਂਢੀ ਦੇਸ਼ਾਂ ਦੇ ਨਾਲ ਜਿਹੜਾ ਕਾਰੋਬਾਰ ਉਹ ਖੋਲ੍ਹੇ ਜਾਣ? ਜੇ ਨੇਪਾਲ ਦੇ ਰਾਹੀਂ ਕਾਰੋਬਾਰ ਹੋ ਸਕਦਾ, ਦੂਜੇ ਬਾਰਡਰਾਂ ਦੇ ਰਾਹੀਂ ਕਾਰੋਬਾਰ ਹੋ ਸਕਦਾ, ਫਿਰ ਪੰਜਾਬ ਦੇ ਰਾਹੀਂ ਕਾਰੋਬਾਰ ਕਿਉਂ ਬੰਦ ਕੀਤਾ ਹੋਇਆ ਹੈ? ਪਾਕਿਸਤਾਨ ਨੂੰ ਜਿਸ ਹਿਸਾਬ ਨਾਲ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਨਹੀਂ ਜੀ ਬਾਰਡਰ ਖੁੱਲ੍ਹ ਗਿਆ ਤਾਂ ਪਾਕਿਸਤਾਨ ਸਾਨੂੰ ਖਾ ਜਾਊਗਾ, ਕਿ ISI ਦਾ ਕੋਈ ਫਾਇਦਾ ਚੁੱਕ ਜਾਊਗੀ। ਤੁਹਾਨੂੰ ਲੱਗਦਾ ਕਿ ਵਾਕਈ ਕੋਈ ਇੱਦਾਂ ਦੇ ਹਾਲਾਤ ਹੈਗੇ ਨੇ ਪੰਜਾਬ ਦੇ ਵਿੱਚ ਕਿ ਪਾਕਿਸਤਾਨ ਇਸ ਅੰਦੋਲਨ ਦਾ ਫਾਇਦਾ ਚੁੱਕ ਜਾਊਗਾ? ਦੇਖੋ ਗੱਲ ਸੁਣੋ ਮੇਰੀ, ਵੀ ਹਿੰਦੁਸਤਾਨ ਹੈ ਜਿਹੜਾ, ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਸਾਰੇ ਜਿੰਨੇ ਗਵਾਂਢੀ ਮੁਲਕ ਹੈ ਉਹ ਸਾਰੇ ਦੁਸ਼ਮਣ ਬਣੇ ਹੋਏ ਹੈ। ਹੁਣ ਤੁਹਾਡੇ ਸਾਹਮਣੇ ਪਾਕਿਸਤਾਨ ਤਾਂ ਹੈ, ਚਾਈਨਾ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦੀ, ਅੱਜ ਚਾਈਨਾ ਨਾਲ ਹੋ ਰਿਹਾ ਉਹੀ। ਉਧਰ ਤਿੱਬਤ ਹੈ, ਤਿੱਬਤ ਨਾਲ ਹੈ, ਨੇਪਾਲ ਹੈ, ਨੇਪਾਲ ਇਹਨਾਂ ਦੇ ਖਿਲਾਫ ਹੈ, ਉੱਥੇ ਸਰਕਾਰ ਖਿਲਾਫ ਹੋਈ ਵੀ ਹੈ ਉਹਨਾਂ ਦੇ। ਬੰਗਲਾਦੇਸ਼ ਹੈ, ਉਹ ਇਹਨਾਂ ਦੇ ਖਿਲਾਫ ਹੈ। ਆਪਣਾ ਸ਼੍ਰੀਲੰਕਾ ਹੈਗਾ ਸਵੇਰੇ, ਠੀਕ ਹੈ ਨਾ, ਸ਼੍ਰੀਲੰਕਾ ਵੀ BJP ਆਪਣਾ ਸਰਕਾਰ ਤੋਂ ਦੁਖੀ ਹੈ, ਠੀਕ ਹੈ ਨਾ। ਸੋ ਇਹਨਾਂ ਦਾ ਜਿਹੜਾ ਰਵੱਈਆ ਹੈਗਾ, ਜਿਹੜੇ ਗੁਆਂਢੀ ਮੁਲਕ ਵੀ ਹੈ, ਅਸੀਂ ਤਾਂ ਇਹ ਕਹਿੰਦੇ ਵੀ ਆਪਣਾ ਜਿਸ ਬੰਦੇ ਦੀ ਗੁਆਂਢ ਦੇ ਪੜੋਸੀਆਂ ਨਾਲ ਚੰਗੀ ਨਾ ਬਣੇ, ਉਹ ਆਪ ਖੁਦ ਮਾੜਾ ਹੁੰਦਾ, ਠੀਕ ਹੈ ਨਾ। ਇਸ ਕਰਕੇ ਵੀ ਇਹ ਉੱਧਰਲੇ ਪਾਸੇ ਨੂੰ ਨਹੀਂ ਜਾਂਦੇ, ਉਹ ਇੱਕ ਫਿਰਕੂ ਰੰਗਤ ਦੇ ਕੇ ਇਸ ਨੂੰ ਮੁਸਲਮਾਨ ਦੀ, ਹਿੰਦੂ ਦੀ, ਅੱਤਵਾਦ
ਵੱਖਵਾਦ ਇਹ ਗੱਲਾਂ ਕਰਕੇ ਲੋਕਾਂ ਦਾ ਜਿਹੜਾ ਧਿਆਨ ਹੈ, ਜਿਹੜੇ ਰੋਜ਼ਮਰਲਾ ਦੀ ਲੋਕਾਂ ਦੀ ਦਿੱਕਤਾਂ ਹੈਗੀ, ਲੋਕਾਂ ਦੇ ਮੁੱਦੇ ਹੈਗੇ, ਨੌਜਵਾਨਾਂ ਦੇ ਮੁੱਦੇ, ਕਿਸਾਨਾਂ ਦੇ ਮੁੱਦੇ, ਵਪਾਰੀਆਂ ਦੇ ਮੁੱਦੇ ਆ, ਉਹ ਉਹਨਾਂ ਤੋਂ ਲੋਕਾਂ ਦਾ ਧਿਆਨ ਆ ਜਿਹੜਾ ਇੱਕ ਪਾਸੇ ਕਰਨਾ ਚਾਹੁੰਦੇ ਆ। ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਕਿਸੇ ਦਾ ਵਪਾਰ ਚਲੇ ਨਾ ਚਲੇ, ਠੀਕ ਹੈ ਨਾ ਜੀ। ਪੰਜਾਬ ਦੇ ਵਿੱਚ ਜੇ ਇੱਥੇ ਇੰਡਸਟਰੀ ਲੱਗ ਜੇ ਖੇਤੀ ਨੂੰ ਲੈ ਕੇ, ਸਾਡੇ ਪੰਜਾਬ ਦੇ ਵਿੱਚ ਫਸਲ ਪੈਦਾ ਹੁੰਦੀ ਹੈ, ਇੱਥੋਂ ਦੀ ਉਤਪਾਦ ਪੈਦਾ ਹੋ ਕੇ ਵਿਦੇਸ਼ਾਂ ਨੂੰ ਜਾਇਆ ਕਰੇ, ਤਾਂ ਉਹਦੇ ਨਾਲ ਮੈਨੂੰ ਲੱਗਦਾ ਇੱਥੇ ਨੌਜਵਾਨਾਂ ਨੂੰ ਨੌਕਰੀ ਵੀ ਮਿਲੂਗੀ ਤੇ ਸਾਡੇ ਕਿਸਾਨਾਂ ਦੀ ਹਾਲਤ ਜਿਹੜੀ ਹੈਗੀ ਹੈ ਹੋਰ ਜ਼ਿਆਦਾ ਸੁਧਰ ਸਕਦੀ ਹੈ। ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਨਾਲ ਧੱਕਾ ਕਰਦਾ ਹੈ ਕੇਂਦਰ ਸਰਕਾਰਾਂ? ਅੰਦਰ ਇੱਕ ਹੈ ਵੀ ਇਹ ਚੰਗੀ ਗੱਲ ਹੈ, ਅਸੀਂ ਕਹਿ ਰਹੇ ਹਾਂ ਅਗਰ ਪੰਜਾਬ ਦੇ ਅੰਦਰ ਇੰਡਸਟਰੀ ਡਿਵੈਲਪ ਹੋਏ, ਸਾਡਾ ਆਲੂ ਲੱਗੇ, ਸਾਡੀ ਕਣਕ ਲੱਗੇ, ਜੋ ਵੀ ਚੀਜ਼ ਬਣਦੀ ਹੈ, ਸਾਲੇ ਚੌਲ ਹੈ, ਮੱਕੀ ਹੈ, ਸਾਰਾ ਕੁਝ ਹੈ, ਜੇ ਸਾਡਾ ਇੱਥੇ ਵਿਕਦਾ ਸਹੀ ਢੰਗ ਨਾਲ, ਸਾਨੂੰ ਦੂਸਰੇ ਸੂਬਿਆਂ ਜਾਣ ਦੀ ਲੋੜ ਨਹੀਂ ਹੈਗੀ। ਔਰ ਉਸ ਦੇ ਅੰਦਰ ਜੋ ਸੈਂਟਰ ਦਾ ਰਵੱਈਆ ਹੈਗਾ, ਠੀਕ ਹੈ ਨਾ, ਉਹ ਪੰਜਾਬ ਦੇ ਕਿਸਾਨ ਨੂੰ ਆਪਣਾ ਮੁੱਖ ਦੁਸ਼ਮਣ ਸਮਝ ਰਹੀ ਹੈ ਵੀ ਜੇ ਪੰਜਾਬ ਦਾ ਕਿਸਾਨ ਚੁੱਪ ਹੈਗਾ ਇਨ ਮੁੱਦਿਆਂ ਦੇ ਤਾਂ ਹਿੰਦੁਸਤਾਨ ਦਾ ਬਾਕੀ ਕਿਸਾਨ ਉਸਨੇ ਚੁੱਪੇ ਰਹਿਣਾ ਹੈਗਾ, ਠੀਕ ਹੈ ਨਾ। ਔਰ ਉਸ ਦੇ ਅੰਦਰ ਵੀ ਆਪਣਾ ਜਿਹੜੇ ਵੀ ਮਸਲੇ ਹੈਗੇ ਕਿਸਾਨੀ ਦੇ, ਠੀਕ ਹੈ ਨਾ, ਜੋ ਅੱਜ ਉਹ ਕਹਿ ਰਿਹਾ, ਅੱਜ ਵੀ ਉਹਦਾ ਅੱਗੇ ਬਿਆਨ ਹੈ ਵੀ ਜੋ ਕਾਨੂੰਨ ਬਣੇ ਉਹ ਠੀਕ ਬਣੇ ਆ, ਕਿਸਾਨਾਂ ਦੇ ਹੱਕ ਦੇ ਬਣੇ ਆ, ਠੀਕ ਹੈ ਨਾ। ਤਾਂ ਉਸ ਗੱਲ ਤੇ ਆ ਕੇ ਵੀ ਠੀਕ ਬਣੇ ਆ ਕਿਸਾਨਾਂ ਦੇ ਹੱਕ 'ਚ, ਉਹ ਜਦੋਂ ਕਿਸਾਨ ਗੱਲ ਕਰਨ ਦਿੱਲੀ ਜਾ ਰਹੇ ਆ ਤਾਂ ਆਪਣਾ ਜੋ ਖੇਤੀਬਾੜੀ ਮੰਤਰੀ ਹੈ, ਠੀਕ ਹੈ ਨਾ, ਖੇਤੀਬਾੜੀ ਮੰਤਰੀ ਹੈ, ਉਹਨੂੰ ਭੇਜੇ, ਕਿਸੇ ਹੋਰ ਮੰਤਰੀ ਨੂੰ ਭੇਜੇ। ਜਿਹੜੇ ਤੁਸੀਂ ਸਰਕਾਰੀ ਮੁਲਾਜ਼ਮ IAS ਅਫਸਰ ਭੇਜਦੇ, ਜੋ ਮੰਡੀ ਬੋਰਡ ਦਾ ਜਾਂ FCI ਦੇ ਆਪਣਾ ਤੁਸੀਂ ਸੈਕਟਰੀ ਨੂੰ ਭੇਜ ਦਿਓ, ਉਹਨੂੰ ਤਾਂ ਆਪਣਾ ਫੈਸਲਾ ਲੈਣ ਦੀ ਪਾਵਰ ਹੀ ਨਹੀਂ ਹੈਗੀ। ਉਹਨੂੰ ਤਾਂ ਪਾਵਰ ਤਾਂ ਖੇਤੀਬਾੜੀ ਮੰਤਰੀ ਲੈ ਸਕਦਾ, ਪ੍ਰਧਾਨ ਮੰਤਰੀ ਲੈ ਸਕਦਾ, ਦੂਜੇ ਮੰਤਰੀ ਜਾਂਦੇ ਉਹ ਕਰਦੇ ਗੱਲ। ਉਹਦਾ ਇੱਕ ਯਾਨੀ ਇਸ ਗੱਲ ਨੂੰ ਤਾਰਪੀਡੋ ਕਰਨ ਵਾਲੀ ਗੱਲ ਹੋਈ ਹੈ, ਕਿਸਾਨਾਂ ਨੂੰ ਬੁਲਾ ਕੇ ਜੀ। ਮੈਂ ਇੱਕ ਸਵਾਲ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਸ ਹਿਸਾਬ ਨਾਲ ਆਪਣਾ ਪੰਜਾਬ ਦੇ ਵਿੱਚ ਖੇਤੀ ਸੂਬਾ ਪ੍ਰਧਾਨ ਹੈਗਾ ਤੇ ਇਹਦੇ 'ਚ ਪਾਣੀ ਦਾ ਇੱਕ ਬੜਾ ਵੱਡਾ ਮਸਲਾ ਰਿਹਾ ਤੇ ਪਾਣੀ ਦਾ ਕੇਸ ਪਿੱਛੇ ਖਬਰਾਂ ਵੀ ਆਈਆਂ ਕਿ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਪੰਜਾਬ ਹਾਰਦਾ, ਹਾਲਾਂਕਿ ਮਾਲਕ ਅਸੀਂ ਆ ਪਾਣੀ ਦੇ, ਕਮਜ਼ੋਰ ਵੀ ਅਸੀਂ ਪੈਂਦੇ ਪਏ ਇਸ ਮੁੱਦੇ ਦੇ ਉੱਤੇ। ਕਿ ਇਸ ਜਦੋਂ ਵੀ ਕੇਂਦਰ ਨਾਲ ਟੇਬਲ ਤੇ ਬੈਠਿਆ ਜਾਵੇ ਕਿ ਇਹ ਮੰਗ ਹੋਣੀ ਚਾਹੀਦੀ ਕਿਸਾਨਾਂ ਦੇ ਵੱਲੋਂ ਕਿ ਜਿਹੜਾ ਪਾਣੀ ਦਾ ਮਸਲਾ ਹੈ ਉਹ ਵੀ ਸਾਡਾ ਹੱਲ ਕਰੋ, ਪਾਣੀ ਸਾਡਾ ਹੈਗਾ। ਜਦ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਤੁਸੀਂ ਦੂਜੇ ਸੂਬਿਆਂ ਨੂੰ ਪਾਣੀ ਦੇਣ ਦੀ ਗੱਲਾਂ ਕਰਦੇ ਹੋ, ਤੇ ਇਹਦੇ ਨਾਲ ਕੀ ਪਾਣੀ ਦੀ ਜੰਗ ਵੀ ਜਿੱਤੀ ਜਾ ਸਕਦੀ ਹੈ ਇਸ ਅੰਦੋਲਨ ਦੇ ਰਾਹੀਂ? ਦੇਖੋ ਗੱਲ ਇੱਦਾਂ, ਜਦੋਂ ਪਹਿਲਾਂ ਪੰਜਾਬ ਦੇ ਕੋਲ ਵਾਧੂ ਪਾਣੀ ਸੀਗਾ ਤਾਂ ਦੂਜੀਆਂ ਸਟੇਟਾਂ ਨੂੰ ਪਾਣੀ ਦੇਣ ਦਾ ਮਤਲਬ ਹਾਂ ਕਰਤੀ ਸੀਗੀ। ਜਦੋਂ ਆਪਣੇ ਘਰ 'ਚ ਹੀ ਪਾਣੀ ਹੈ ਨਹੀਂ, ਆਪਾਂ ਹੀ ਭੁੱਖੇ ਮਰ ਰਹੇ ਆ, ਤਾਂ ਆਪਾਂ ਪਾਣੀ ਕਿਹਨੂੰ ਦੇ ਸਕਦੇ ਆ? ਕੁਛ ਸਾਡਾ ਪਾਣੀ ਜਿਹੜਾ ਆ ਉਹ ਡੂੰਘੇ ਚਲਿਆ ਗਿਆ, ਕਿਉਂਕਿ ਸਾਡਾ ਜਿਹੜਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ ਆ, ਇਹਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਔਰ ਮੋਟਰਾਂ ਚਲਾਵਾਂਗੇ, ਪਾਣੀ ਚੱਲਾਂਗੇ, ਕਈ ਜਗ੍ਹਾ ਨਹਿਰਾਂ ਦੇ ਨਾਲ ਪਾਣੀ ਚੱਲਾਗਾ ਤੇ ਧਰਤੀ 'ਚ ਪਾਣੀ ਹੈ ਨਹੀਂ, ਤਾਂ ਫਿਰ ਸਭ ਤੋਂ ਪਹਿਲਾਂ ਕੇਂਦਰ ਜਿਹੜੀ ਹੈ ਸਾਡਾ ਪਾਣੀ ਲੁੱਟ ਕੇ ਦੂਜਿਆਂ ਨੂੰ ਦੇ ਕੇ ਉੱਦਾਂ ਕਿਸਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਜਦੋਂ ਕਿਸਾਨ ਇੱਥੇ ਵੀ ਖੜਾ ਰਿਹਾ ਤੇ ਫਿਰ ਆ ਕਾਨੂੰਨ ਲਿਆਂਦੇ ਆ ਬਈ ਤਾਂ ਜੋ ਕਿਸਾਨ ਨੂੰ ਜਿਹੜਾ ਕਿਤੇ ਨਾ ਕਿਤੇ ਜਾ ਕੇ ਠਿੱਬੀ ਲਾਈਏ। ਪੰਜਾਬ ਦਾ ਜੇ ਕਿਸਾਨ ਜਿਹੜਾ ਆ ਟੁੱਟ ਜਾਂਦਾ ਆ ਬਈ ਫਿਰ ਜਿਹੜਾ ਆ ਇਹਨਾਂ ਨੂੰ ਦਬਾਇਆ ਜਾ ਸਕਦਾ ਆ। ਇਸ ਕਰਕੇ ਸਰਕਾਰ ਕਦੇ ਪਾਣੀਆਂ ਦਾ ਹਮਲਾ, ਕਦੇ ਇਹ ਮੰਡੀਆਂ ਤੇ ਹਮਲਾ, ਕਦੇ MSP ਤੇ ਹਮਲਾ, ਔਰ ਦੂਜੇ ਪਾਸੇ ਇਹ ਵੀ ਗੱਲ ਹੋਣੀ ਹੈ ਵੀ ਸਾਡੀ ਇਹ ਫਸਲ ਘੱਟ ਰੇਟ ਤੇ ਕਾਰਪੋਰੇਟਾਂ ਨੇ ਲੁੱਟ ਕੇ ਗਦਾਮ ਭਰ ਲੈਣੇ ਆ। ਪਹਿਲਾਂ ਇਹ ਸੀਗਾ ਵੀ ਇੰਨੀ ਜ਼ਖੀਰੇਬਾਜ਼ੀ ਨਹੀਂ ਸੀ ਕਰ ਸਕਦੇ, ਇਤਨਾ ਗਦਾਮ ਨਹੀਂ ਸੀ ਭਰ ਸਕਦੇ। ਹੁਣ ਸਰਕਾਰ ਨੇ ਇਹਨਾਂ ਆਰਡੀਨੈਂਸਾਂ ਰਾਹੀਂ ਖੁੱਲ੍ਹ ਦੇਤੀ ਬਈ ਚਾਹੇ ਕਰੋੜਾਂ ਟਨ ਅਨਾਜ ਜਿਹੜਾ ਆ ਉਹ ਭੰਡਾਰ ਕਰ ਸਕਦੇ ਆ। ਜਦੋਂ ਅਨਾਜ ਦੀ ਥੁੜ ਪੈਦਾ ਹੋ ਜਾਣੀ, ਕੁਝ ਕਾਰਪੋਰੇਟ ਘਰਾਣਿਆਂ ਕੋਲ ਇਕੱਠਾ ਹੋ ਜਾਣਾ, ਤਾਂ ਉਹਨਾਂ ਨੇ ਇਹੀ ਅਨਾਜ ਮਹਿੰਗੇ ਭਾਅ ਤੇ ਵੇਚਣਾ। ਤਾਂ ਇਹਦੇ ਨਾਲ ਕਿਸਾਨ ਵੀ ਲੁੱਟਿਆ ਗਿਆ ਜਿਹਨੇ ਮਤਲਬ ਫਸਲ ਪੈਦਾ ਕੀਤੀ ਹੈ, ਔਰ ਜਿਹਨੇ ਮਜ਼ਦੂਰ ਨੇ ਖਾਣੀ ਹੈ ਉਹ ਵੀ ਲੁੱਟਿਆ ਗਿਆ, ਕਿਉਂਕਿ ਉਹਨੂੰ ਉਸ ਰੇਟ ਤੇ ਮਿਲਣੀ ਨਹੀਂ। ਹੁਣ ਜਦੋਂ ਸਰਕਾਰ ਦਾ MSP ਰੇਟ ਹੈ ਵੀ ਪਤਾ ਬੰਦੇ ਨੂੰ ਵੀ ਆ ਕਣਕ ਜਿਹੜੀ ਆ ਸਾਨੂੰ 1800 ਰੁਪਏ 1900 ਰੁਪਏ ਕੁਇੰਟਲ ਮਿਲ ਜਾਣੀ ਹੈ, ਤਾਂ ਆਟਾ ਲਾਜ਼ਮੀ ਤੌਰ ਤੇ 2200 2500 ਰੁਪਏ 2400 ਰੁਪਏ ਮਿਲ ਜਾਣਾ ਆ। ਲੇਕਿਨ ਜਦੋਂ ਇਹ ਸਾਰਾ ਕੁਝ ਟੁੱਟ ਜਾਣਾ, ਕਾਰਪੋਰੇਟਰਾਂ ਦੇ ਅਧੀਨ ਆ ਜਾਣਾ, ਇਹ ਗਰੰਟੀ ਨਹੀਂ ਵੀ ਇਹ ਆਟਾ 5000 ਰੁਪਏ ਜਿਹੜਾ 500 ਰੁਪਏ ਕਿਲੋ ਮਿਲਣਾ ਆ, 700 ਰੁਪਏ ਕਿਲੋ ਮਿਲਣਾ ਆ, ਕਿੰਨੇ ਕੀ ਰੇਟ ਮਿਲਣਾ। ਕੇਂਦਰ ਸਰਕਾਰ ਕੱਲ ਨੂੰ ਹੁਣ ਕਹਿੰਦੀ ਹੈ ਕਿ ਨਹੀਂ ਜੀ ਤੁਸੀਂ ਦੁਆਰਾ ਕਿਸਾਨ ਜਥੇਬੰਦੀਆਂ ਦੁਆਰਾ ਆ ਜਾਣ, ਅਸੀਂ ਗੱਲਬਾਤ ਕਰਾਂਗੇ ਕੇਂਦਰੀ ਮੰਤਰੀ ਜੋ ਵੀ ਵਿੱਚ ਬੈਠ ਕੇ। ਕੀ ਕਿਸਾਨਾਂ ਨੂੰ ਹੁਣ ਗੱਲਬਾਤ ਲਈ ਦਿੱਲੀ ਜਾਣਾ ਚਾਹੀਦਾ ਜਾਂ ਦਿੱਲੀ ਨੂੰ ਇੱਥੇ ਸੱਦਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਉਹਨਾਂ ਨੂੰ ਭਰੋਸਾ ਬਹਾਲ ਕਰਨਾ ਚਾਹੀਦਾ, ਉਹਨਾਂ ਨੂੰ ਬਿਆਨ ਦੇਣੇ ਚਾਹੀਦੇ ਆ ਬਈ ਕਿਸਾਨਾਂ ਦਾ ਜਿਹੜਾ ਅੰਦੋਲਨ ਜਿਹੜਾ ਚੱਲ ਰਿਹਾ ਨਾ, ਇਸ ਤੇ ਸਰਕਾਰ ਭਰੋਸੇ 'ਚ ਲਵੇ
ਬਈ ਅਸੀਂ ਵਾਕਈ ਮਤਲਬ ਤੁਹਾਡੇ ਦਰਦ ਸਮਝਦੇ ਆ ਬਈ ਜੇ ਇਹਦੇ ਵਿੱਚ ਕੋਈ ਗਲਤ ਗੱਲਾਂ ਆ ਅਸੀਂ ਬੈਠ ਕੇ ਤੁਹਾਡਾ ਹੱਲ ਕਰਨਾ ਚਾਹੁੰਦੇ ਆ ਵੀ ਜਿਹੜਾ ਖੇਤੀਬਾੜੀ ਮੰਤਰੀ ਵੀ ਹੋਏਗਾ, ਪ੍ਰਧਾਨ ਮੰਤਰੀ ਵੀ ਹੋਏਗਾ, ਅਮਿਤ ਸ਼ਾਹ ਵੀ ਹੋਵੇ, ਸਾਰੇ ਹੋਣ ਬੈਠ ਕੇ ਕਿਸਾਨਾਂ ਨਾਲ ਗੱਲ ਕਰਨ ਜੇ ਉਹ ਇਮਾਨਦਾਰ ਆ। ਜੇਕਰ ਉਹ ਇਮਾਨਦਾਰ ਨਹੀਂ ਹੈਗੇ, ਕਾਰਪੋਰੇਟਾਂ ਨੂੰ ਜਿਹੜਾ ਆ ਅੱਗੇ ਲਿਆਉਣਾ ਚਾਹੁੰਦੇ ਆ, ਕਿਸਾਨ ਨੂੰ ਜਿਹੜਾ ਉਹਨੂੰ ਤੋੜਨਾ ਚਾਹੁੰਦੇ ਆ, ਫਿਰ ਉਹ ਸਾਨੂੰ ਸੱਦਾ ਨਹੀਂ ਦੇਣਗੇ। ਦੇਖੋ ਗੱਲ ਇੱਕ ਹੈ ਜੀ ਇਹ ਅੰਦੋਲਨ ਆ ਜਿਹੜਾ ਇਹ ਦੂਜਾ ਅੰਦੋਲਨ ਹੈ ਪੰਜਾਬ ਦੇ ਕਿਸਾਨਾਂ ਦਾ। ਜਦੋਂ ਦੇਸ਼ ਵੱਖ ਹੋਇਆ, ਪਾਕਿਸਤਾਨ ਹਿੰਦੁਸਤਾਨ ਬਣੇ ਹੈ ਤਾਂ ਇੱਥੇ ਨਹਿਰਾਂ ਬਣੀਆਂ ਤਾਂ ਇੱਥੇ ਦਾ ਜਿਹੜਾ ਮੁੱਖ ਮੰਤਰੀ ਸੀਗਾ ਪ੍ਰਤਾਪ ਸਿੰਘ ਕੈਰੋਂ, ਉਹ ਇੱਕ ਬਹੁਤ ਸਖਤ, ਅੱਜ ਵੀ ਮੰਨਦੇ ਆ ਵੀ ਸਭ ਤੋਂ ਸਖਤ ਜੇ ਮੁੱਖ ਮੰਤਰੀ ਹੋਇਆ ਤਾਂ ਪ੍ਰਤਾਪ ਸਿੰਘ ਕੈਰੋਂ ਹੋਇਆ। ਉਹਨੇ ਖੁਸ਼ ਤੈਸੀ ਟੈਕਸ ਲੱਗਦਾ ਤਾਂ ਪੰਜਾਬ ਦੇ ਕਿਸਾਨਾਂ ਉੱਤੇ, ਔਰ ਉਹ ਕਰੋੜਾਂ ਰੁਪਏ ਸੀਗਾ ਉਦੋਂ। ਤਾਂ ਕਿਸਾਨੀ ਇਕੱਠੀ ਹੋਈ ਹੈ, ਸਾਰੇ ਕਿਸਾਨ ਲੜੇ हैं, ਮੋਰਚੇ ਲਗੇ हैं। ਤਾਂ ਉਸ ਮੁੱਖ ਮੰਤਰੀ ਨੂੰ ਲੋਕਾਂ 'ਚ ਬੈਠ ਕੇ, ਕਿਸਾਨਾਂ 'ਚ ਬੈਠ ਕੇ ਗੱਲ ਕਰਕੇ ਉਹ ਕਾਨੂੰਨ ਵਾਪਸ ਲੈਣਾ ਪਿਆ, ਔਰ ਉਹ ਜਿੰਨਾ ਟੈਕਸ ਲਾਇਆ ਸੀਗਾ ਉਹ ਸਾਰਾ ਮਾਫ ਕਰਨਾ। ਇਹ ਲੋਕਾਂ ਦੀ ਤਾਕਤ ਹੈ। ਜਿਸ ਤਰ੍ਹਾਂ ਅੰਦੋਲਨ ਚੱਲ ਰਿਹਾ, ਜੇ ਆਪਣਾ ਕਿਸਾਨੀ ਨਾਲ ਜੁੜ ਰਹੇ ਲੋਕ ਹੈ, ਹੁਣ ਮਜ਼ਦੂਰ ਵੀ ਜੁੜ ਰਿਹਾ, ਪੱਲੇਦਾਰ ਵੀ ਜੁੜ ਰਿਹਾ, ਆੜਤੀ ਵੀ ਜੁੜ ਰਿਹਾ, ਛੋਟਾ ਵਪਾਰੀ ਵੀ ਆ ਗਿਆ, ਛੋਟਾ ਦੁਕਾਨਦਾਰ ਵੀ ਆ ਗਿਆ, ਠੀਕ ਹੈ ਨਾ। ਜਦੋਂ ਇੱਕ ਇਹ ਅੰਦੋਲਨ ਦਾ ਰੂਪ ਲੈ ਲੈਣਾ ਪੂਰਾ, ਤਾਂ ਉਹਨਾਂ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਪੈਣਾ ਵੀ ਆਪਣਾ ਸਾਡਾ ਤਾਂ ਇਹੀ ਹੈ ਵੀ ਲੋਕਾਂ ਦੀ ਮੰਗ ਨੂੰ ਦੇਖਦੇ, ਪਬਲਿਕ ਦੀ ਮੰਗ ਨੂੰ ਦੇਖਦੇ ਹੋਏ, ਠੀਕ ਹੈ ਨਾ। ਜਿਨ੍ਹਾਂ ਨੇ ਤੁਹਾਨੂੰ ਗੱਦੀਆਂ ਰਾਜਮਾਨ ਕਰਿਆ, ਜਿਨ੍ਹਾਂ ਨੇ ਤੁਹਾਨੂੰ ਉਹਨਾਂ ਦੀ ਨਾ ਮੰਨੀ, ਉਹਨਾਂ ਨੇ ਫਿਰ ਅਗਲਾ ਜੋ ਜਥੇਬੰਦੀਆਂ ਆਪਣਾ ਫੈਸਲਾ ਕਰੂੰਗੀ ਉਸ ਤੇ ਫੁੱਲ ਚੜਾਵਾਂਗੇ। ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਪੁਤਲੇ ਫੂਕੇ ਗਏ। ਇਸ ਵੇਲੇ ਅਸੀਂ ਦੱਪਾ ਟੋਲ ਪਲਾਜ਼ਾ ਉੱਤੇ ਖੜੇ ਹਾਂ। ਲਾਲੂੜ ਦੇ ਵਿੱਚ ਪਿਛਲੇ 17 ਦਿਨਾਂ ਤੋਂ ਰੇਲ ਰੋਕੋ ਅੰਦੋਲਨ ਜਾਰੀ ਹੈ। ਨਾਲ ਹੀ ਟੋਲ ਪਲਾਜ਼ਾ ਦੇ ਉੱਤੇ ਟੋਲ ਵਸੂਲੀ ਨਹੀਂ ਹੋ ਰਹੀ, ਕਿਉਂਕਿ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇੱਥੇ ਧਰਨੇ ਉੱਤੇ ਬੈਠੇ ਹੋਏ ਨੇ। ਪਿਛਲੇ 5 ਦਿਨਾਂ ਦੇ ਵਿੱਚ 6 ਦਿਨਾਂ ਦੇ ਵਿੱਚ 1 ਕਰੋੜ ਤੋਂ ਵੱਧ ਇੱਥੇ ਦੱਪਾ ਟੋਲ ਪਲਾਜ਼ਾ ਨੂੰ ਨੁਕਸਾਨ ਹੋਇਆ ਹੈ, ਕਿਉਂਕਿ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਗੱਡੀਆਂ ਇੱਥੇ ਟੋਲ ਵਸੂਲੀ ਨਹੀਂ ਹੋ ਰਹੀ ਤੇ ਬਿਨਾਂ ਵਸੂਲੀ ਤੋਂ ਗੱਡੀਆਂ ਇੱਥੋਂ ਲੰਘ ਰਹੀਆਂ ਨੇ। ਤੇ ਲਗਾਤਾਰ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੇ ਐਲਾਨ ਕੀਤਾ ਹੋਇਆ, ਜਦ ਤੱਕ ਨਰਿੰਦਰ ਮੋਦੀ ਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੇਗਾ। ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਰੇਲਾਂ ਰੋਕੀਆਂ ਜਾਣਗੀਆਂ। ਸੋ ਮੇਰੇ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਇੱਥੇ ਧਰਨਾ ਜਾਰੀ ਹੈਗਾ ਤੇ ਇੱਥੇ ਟੋਲ ਵਸੂਲੀ ਨਹੀਂ ਹੋ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਦ ਤੱਕ ਸਰਕਾਰ ਬਿੱਲਾਂ ਨੂੰ ਰੱਦ ਨਹੀਂ ਕਰਦੀ, ਉਹਨਾਂ ਚਿਰ ਜਿਹੜਾ ਸੰਘਰਸ਼ ਹੈਗਾ ਉਹ ਜਾਰੀ ਰਹੇਗਾ। ਅੱਜ ਵੀ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਨੇ ਧਰਨੇ ਲਾਏ ਹੋਏ ਨੇ। ਇਹ ਦੱਪਾ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਗੱਲਬਾਤ ਕਰਾਂਗੇ ਇੱਥੇ ਨੌਜਵਾਨਾਂ ਨਾਲ ਵੀ। ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ, ਹਾਲੇ ਵੀ ਦੁਆਰਾ ਵੀ ਐਲਾਨ ਕਰਤਾ ਕਿ ਰੇਲਾਂ ਰੋਕਾਂਗੇ ਅਸੀਂ, ਹਾਂਜੀ, ਤੁਹਾਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਚੁੱਕੇਗੀ? ਬਿਲਕੁਲ ਝੁਕਣਾ ਪਊਗਾ ਜੀ। ਸਾਡੇ ਹੱਕਾਂ ਲਈ ਜਿਹੜੇ ਸੀ ਆਪਣੇ ਹੱਕ ਮੰਗ ਰਹੇ ਆ, ਕੋਈ ਗਲਤ ਹੱਕ ਨਹੀਂ ਅਸੀਂ ਮੰਗ ਰਹੇ ਹੈਗੇ। ਆਪਣੇ ਜਿਹੜੇ ਸਹੀ ਹੱਕ ਮੰਗ ਰਹੇ ਨੇ, ਅਸੀਂ ਕੋਈ ਗਲਤ ਹੱਕ ਨਹੀਂ ਮੰਗ ਰਹੇ। ਝੁਕਣਾ ਪਏਗਾ, ਬਿਲਕੁਲ ਝੁਕਣਾ ਪਏਗਾ। ਅਸੀਂ ਸ਼ਾਂਤੀਮਈ ਧਰਨਾ ਇੱਥੇ ਦਿਆ ਹੋਇਆ ਹੈ, ਲੰਗਰ ਚੱਲ ਰਹੇ ਨੇ, ਬਿਲਕੁਲ ਚੱਲਦੇ ਰਹਿਣਗੇ। ਜਿਹੜੇ ਮੋਦੀ ਨੇ 3 ਕਾਲੇ ਕਾਨੂੰਨ ਬਣਾਏ ਨੇ, ਆਰਡੀਨੈਂਸ, ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ। ਇੱਥੇ 80% ਗੱਡੀਆਂ ਨਿਕਲ ਰਹੀਆਂ, 100% ਚੋਂ 80% ਸਾਨੂੰ ਇੱਥੇ ਖੜ ਕੇ ਕਹਿ ਕੇ ਜਾਂਦੇ ਅਸੀਂ ਤੁਹਾਡੇ ਨਾਲ ਨੇ। ਵਪਾਰੀ ਹੋਏ, ਸਾਹੂਕਾਰ ਹੋਏ, ਕੋਈ ਵੀ ਹੋਏ, ਸਾਨੂੰ ਕਹਿ ਕੇ ਜਾਂਦੇ ਆ ਬਈ ਇੱਥੇ ਹੀ ਡਟੇ ਰਹੋ, ਅਸੀਂ ਤੁਹਾਡੇ ਨਾਲ ਹੈ। ਸਾਨੂੰ ਸੇਵਾ ਵੀ ਮਿਲਦੀ ਹੈ, ਪੂਰਾ ਸਹਿਯੋਗ ਹੈ। ਇਹ ਟੋਲ ਪਲਾਜ਼ਾ ਅਸੀਂ ਫ੍ਰੀ ਕਰਾਇਆ ਹੋਇਆ ਹੈ। ਸਾਨੂੰ ਸ਼ੌਂਕ ਨਹੀਂ ਸੀ ਕਰਾਉਣ ਦਾ, ਸਾਨੂੰ ਮਜਬੂਰ ਹੋਣਾ ਪਿਆ। ਅੱਜ 16-17 ਦਿਨ ਹੋ ਗਏ ਸਾਨੂੰ ਰੇਲਵੇ ਟਰੈਕਾਂ ਤੋਂ ਬੈਠੇ ਨੂੰ। ਕੀ ਕਰਿਆ ਉੱਥੇ ਬੁਲਾ ਕੇ ਸਾਨੂੰ ਦਿੱਲੀ, ਸਾਡੀ ਬੇਇੱਜ਼ਤੀ ਕੀਤੀ ਹੈ। ਇੱਕ MP ਤੱਕ ਨਹੀਂ ਸਾਨੂੰ ਉੱਥੇ ਸੱਦਿਆ ਗਿਆ ਸਾਡੀ ਜਥੇਬੰਦੀਆਂ ਕੋਲ, ਇੱਕ MLA ਨਹੀਂ ਸੱਦਿਆ ਗਿਆ ਸਾਡੀ ਜਥੇਬੰਦੀਆਂ ਕੋਲ। ਕੋਈ ਸੈਕਟਰੀ ਜਾਂ ਬਿਠਾ ਦਿਆ ਤਾਂ ਕਿ ਉਹਨਾਂ ਦੇ ਵੀਰਾਂ ਦੇ ਬਾਰੇ ਹੀ ਦੱਸੀ ਜਾਣ। ਕੀ ਕਰਿਆ ਉਹਨੇ? ਕੁਝ ਵੀ ਨਹੀਂ ਕਰਿਆ। ਸਾਡੇ ਬਜ਼ੁਰਗ ਵੀ ਬੈਠੇ ਨੇ, ਤੁਸੀਂ ਉਹਨਾਂ ਦੇ ਨਾਲ ਵੀ ਗੱਲ ਕਰਿਓ। ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੋਦੀ ਸਰਕਾਰ ਨੂੰ, ਜਿਹੜੇ ਸਾਡੇ ਇਹ ਪ੍ਰਦਰਸ਼ਨ ਨੇ, ਧਰਨੇ ਨੇ, ਬਿਲਕੁਲ ਸ਼ਾਂਤੀਮਈ ਨੇ,
ਚੱਲਦੇ ਰਹਿਣ ਤੇ ਚੱਲ ਰਹੇ ਨੇ। ਇੱਕ ਗੌਰ ਹੋਰ ਕਰ ਲਓ ਮੋਦੀ ਸਾਹਿਬ, ਇਹ 5-7 ਦਿਨਾਂ ਦੀ ਗੱਲ ਹੀ ਰਹਿ ਗਈ ਹੈ ਹੁਣ, ਇਹ 4-10 ਗੁਣਾ ਵੱਧ ਜਾਣਗੇ। ਸਾਡੀ ਜੀਰੀ ਦੀ ਕਟਾਈ ਵੀ ਹੋ ਚੁੱਕੀ ਹੈ ਤੇ ਬਵਾਈ ਵੀ ਹੋ ਚੁੱਕੀ ਹੈ। ਅਸੀਂ ਠੋਕ ਕੇ ਇੱਥੇ ਰਹਿਣਗੇ, ਸਾਡੇ ਬੱਚੇ ਸਭ ਇੱਥੇ ਹੀ ਆਣਗੇ। ਮੇਰਾ ਨਾਮ ਬਲਵੀਰ ਸਿੰਘ ਮੁਸਾਫਿਰ ਹੈ ਜੀ ਜੀ ਮੈਂ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਹਾਲੀ ਦਾ ਪ੍ਰਧਾਨ ਹਾਂ। ਜੀ ਜੀ ਇਹ ਕਾਨੂੰਨ ਬਣਾ ਕੇ ਸਰਕਾਰ ਨੇ ਗਰੀਬਾਂ ਦਾ, ਮਜ਼ਦੂਰਾਂ ਦਾ ਔਰ ਕਿਸਾਨਾਂ ਦਾ ਇਹ ਫਾਂਸੀ ਦੇ ਰੱਸੇ ਬਣਾਤੇ हैं ਇਹਨਾਂ ਨੇ, ਤੇ ਪੂਰੇ ਸਮਾਜ ਦੇ ਵਿੱਚ ਜਿਹੜਾ ਹੈ ਇਹ ਨਾ ਕਾਨੂੰਨਾਂ ਦਾ ਬੈਡ ਇਫੈਕਟ ਜਾਣਾ ਹੈ। ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸਾਰਾ ਬੰਦ ਹੋਣਾ ਹੈ, ਮੰਡੀਕਰਨ ਸਾਰਾ ਬੰਦ ਹੋਣਾ ਹੈ। ਤੇ ਸਾਡੀ ਮੰਗ ਮੋਦੀ ਤੋਂ ਇਹ ਆ ਕਿ ਜੇ ਤੁਸੀਂ ਇਹਨੂੰ ਜੋ ਵੀ ਕਰ ਰਹੇ ਹੋ ਉਹਦੇ ਸਾਡੀਆਂ 3 ਮੰਗਾਂ ਪਾ ਦਿਓ। ਇੱਕ ਕਿ MSP ਤੋਂ ਘੱਟ ਕੋਈ ਵੀ ਵਪਾਰੀ ਖਰੀਦ ਨਾ ਕਰੇ, ਕਾਨੂੰਨ ਬਣਾਓ ਜਿਹੜਾ ਘੱਟ ਖਰੀਦੇਗਾ ਉਹ 'ਤੇ ਕੇਸ ਦਰਜ ਹੋਏਗਾ। ਤੇ ਦੂਸਰਾ ਸਾਡੀ ਜਿਣਸ ਜਿਹੜੀ ਇਹਨਾਂ ਮੰਡੀਆਂ 'ਚ ਵਿਕੇ ਤੇ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਵੀ ਜਾਵੇ ਤੇ ਰੁਜ਼ਗਾਰ ਵੀ ਉੱਥੇ ਰਹੇ। ਤੀਸਰਾ ਜਿਹੜਾ ਹੈ ਕਿ ਓਪਨ ਮੰਡੀ ਦੀ ਜਿਹੜੀ ਇਹ ਦੱਸ ਰਹੇ ਹੈ ਵੀ ਓਪਨ ਮੰਡੀ 'ਚ ਜਿਹੜਾ ਇਹ ਤੁਸੀਂ ਅਨਾਜ ਵੇਚ ਸਕਦੇ ਹੋ, ਅੱਜ ਵੀ ਕਿਤੇ ਰੁਕਾਵਟ ਨਹੀਂ ਹੈ, ਜਿੱਥੇ ਮਰਜ਼ੀ ਜਾ ਕੇ ਵੇਚੋ। ਤੇ ਉਹਦੇ 'ਚ ਜਿਹੜਾ ਜੇ ਆਪਣਾ ਕੋਈ ਡਿਸਪਿਊਟ ਹੋ ਜਾਂਦਾ ਹੈ ਕਾਰਪੋਰੇਟ ਦਾ, ਵਪਾਰੀ ਦਾ ਜਾਂ ਜ਼ਿਮੀਂਦਾਰ ਦਾ, ਕਿਸਾਨ ਦਾ, ਤਾਂ ਉਹਦੇ ਜਿਹੜਾ ਹੈ ਕਾਨੂੰਨ ਹੋਵੇ ਕਿ ਕੋਰਟ 'ਚੋਂ ਜਾ ਸਕਣ, ਨਾ ਕਿ ਇਹ ਕਿ ਟ੍ਰਿਬਿਊਨਲ 'ਚ ਜਾਓ ਤੇ ਟ੍ਰਿਬਿਊਨਲ ਹਮੇਸ਼ਾ ਗਰੀਬ ਦੀ ਕਦੇ ਨਹੀਂ ਸੁਣੀ ਜਾਂਦੀ ਤੇ ਅਮੀਰ ਬੰਦੇ ਦੀ ਜਿਹੜੀ ਆ ਉੱਥੇ ਉਹੀ ਚੜ੍ਹਤ ਰਹਿਣੀ ਆ। ਤੀਸਰਾ ਜਿਹੜਾ ਹੈ ਕਿ ਇਹ ਜਿੰਨੀਆਂ ਵੀ ਆ ਪਬਲਿਕ ਡਿਸਟ੍ਰੀਬਿਊਸ਼ਨ ਦੇ ਥੱਲੇ ਜਿਹੜੀ ਸਿਸਟਮ ਦੇ ਵਿੱਚ ਸੀਗੀਆਂ ਸਾਰੀਆਂ ਅਕੋਮੋਡਿਟੀਜ਼, ਅਨਾਜ ਹੈ, ਦਾਲਾਂ ਹੈ, ਉਹ ਸਾਰੀਆਂ ਉਸੇ ਤਰ੍ਹਾਂ ਕਾਨੂੰਨ ਬਣਿਆ ਰਹਿਣਾ ਚਾਹੀਦਾ ਹੈ। ਨਹੀਂ ਤਾਂ ਇੱਕ ਕਾਰਪੋਰੇਟ ਘਰਾਣਾ ਵੱਡਾ ਸਟਾਕ ਕਰਕੇ ਤੇ ਮਨ ਮਰਜ਼ੀ ਦੇ ਨਾਲ ਲੋਕਾਂ 'ਚ ਜਾਏਗਾ, ਜਿਹਦੇ ਨਾਲ ਆਮ ਗਰੀਬ ਨੂੰ ਰੋਟੀ ਜਿਹੜੀ ਹੈ ਅੱਜ ਖੁੱਲ੍ਹੇ ਗੋਦਾਮਾਂ 'ਚ ਵਾਧੂ ਸਮਾਨ ਪਿਆ ਹੈ, ਵਾਧੂ ਅਨਾਜ ਪਿਆ ਹੈ, ਤਾਂ ਵੀ ਲੋਕ ਹਿੰਦੁਸਤਾਨ 'ਚ ਗਰੀਬ ਨੂੰ ਜਿਹੜੇ ਮਰ ਰਹੇ ਹੈ, ਭੁੱਖੇ ਮਰ ਰਹੇ ਹੈ। ਤੇ ਜਦੋਂ ਇਹ ਸਿਸਟਮ ਲਾਗੂ ਹੋ ਜਾਏਗਾ ਤੇ ਇਸ ਸਿਸਟਮ ਦੇ ਨਾਲ ਉਹਨਾਂ ਨੇ ਆਪਣਾ ਮੁਨਾਫਾ ਕਮਾਉਣ ਵਾਸਤੇ ਸਟਾਕ ਕਰਨਗੇ ਤੇ ਬਲੈਕ ਕਰਨਗੇ ਬਾਅਦ 'ਚ, ਤੇ ਆਮ ਲੋਕਾਂ ਦਾ ਜਿਹੜਾ ਉਹਦੇ 'ਚ ਬਹੁਤ ਬੁਰਾ ਹਾਲ ਹੋਏਗਾ। ਤੇ ਉਹ ਜਿਹੜੀ ਹੈ 1955 ਵਾਲਾ ਕਾਨੂੰਨ ਹੈ ਉਹ ਲਾਗੂ ਰਹਿਣਾ ਚਾਹੀਦਾ ਕਿ ਜਿਹੜੀਆਂ ਜ਼ਰੂਰੀ ਵਸਤਾਂ ਉਹਨਾਂ ਦਾ ਕੋਈ ਸਟਾਕ ਨਾ ਕਰ ਸਕੇ। ਇੱਕ ਸਵਾਲ ਜ਼ਰੂਰ ਹੈ ਕਿ ਜਿਹੜੀ MSP ਤੁਸੀਂ ਗੱਲ ਕਹਿ ਰਹੇ ਹੋ ਕਿ ਇਸ ਚੀਜ਼ ਬਾਰੇ ਕਾਨੂੰਨ ਬਣਾਉਣਾ ਚਾਹੀਦਾ ਹੈ। MSP ਜਿੱਦਾਂ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੂੰ ਮਿਲਦੀ ਰਹੀ ਹੈ, ਹਰਿਆਣਾ ਦੇ ਕਿਸਾਨਾਂ ਨੂੰ ਵੀ ਮਿਲਦੀ ਰਹੀ ਹੈ ਨਾ, ਪਰ MSP ਘੱਟੋ ਘੱਟ ਸਮਰਥਨ ਮੁੱਲ ਫਸਲ ਦਾ ਮਿਲਣ ਦੇ ਬਾਵਜੂਦ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਰਹੇ ਨੇ। ਜੇ ਸਰਕਾਰ ਹੁਣ ਵੀ ਲਿਖ ਕੇ ਦੇ ਦਿੰਦੀ ਕਿ ਹਾਂਜੀ ਅਸੀਂ ਤਾਂ MSP ਜਾਰੀ ਰੱਖਾਂਗੇ ਕਿਸਾਨਾਂ ਨੂੰ, ਤੇ ਉਹਦੇ ਨਾਲ ਕਿਸਾਨੀ ਦਾ ਮਸਲਾ ਕਿਵੇਂ ਹੱਲ ਹੋ ਸਕਦਾ ਹੈ? ਕਿਉਂਕਿ ਕਿਸਾਨਾਂ ਦੀ ਹਾਲਤ ਤਾਂ ਪਹਿਲਾਂ ਵੀ ਪਤਲੀ ਹੋਈ ਨੇ, ਕਰਜ਼ਾ ਤਾਂ ਕਿਸਾਨਾਂ ਨੂੰ ਚੁੱਕਣਾ ਪੈਂਦਾ ਹੈ, ਜਿਸ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ। ਕਿ ਤੁਹਾਨੂੰ ਲੱਗ ਰਿਹਾ ਕਿ MSP ਤੇ ਜਿਹੜੀ ਸਾਰੀ ਸਿਆਸੀ ਪਾਰਟੀਆਂ ਨੇ MSP ਤੇ ਜ਼ੋਰ ਲਾਇਆ ਹੈ ਕਿ MSP ਅਸੀਂ ਲਾਗੂ ਕਰਵਾ ਕੇ ਰਾਂਗੇ, ਜੇ MSP ਲਾਗੂ ਕਰ ਵੀ ਦਿੰਦੀ ਹੈ ਸਰਕਾਰ, ਮਸਲੇ ਦਾ ਹੱਲ ਨਜ਼ਰ ਆਉਂਦਾ? ਮਸਲੇ ਦਾ ਹੱਲ ਨਹੀਂ ਹੈ ਇਹ, ਲੇਕਿਨ ਜਿਹੜਾ ਸਵਾਮੀਨਾਥਨ ਕਮਿਸ਼ਨ ਸਰਕਾਰ ਨੇ ਬਣਾਇਆ ਸੀ ਉਹਦੀਆਂ ਸਿਫਾਰਿਸ਼ਾਂ ਹੈ ਕਿ ਜਿੰਨੀ ਇਨਪੁਟ ਹੋਵੇ ਕਾਸ਼ਤ ਤੇ ਉਹਦੇ ਤੇ ਡੇਢਾ ਤੋਂ ਮੁੱਲ ਮਿਲੇਗਾ ਕਿਸਾਨ ਨੂੰ, ਉਹ ਹੈ ਇੱਕ ਸਾਧਨ। ਤੇ ਦੂਸਰਾ MSP ਤੇ ਇੱਕ ਜ਼ਰੂਰੀ ਪਾਣੀ ਹੈ, ਆਕਸੀਜਨ ਹੈ ਕਿ ਘੱਟ ਤੋਂ ਘੱਟ ਜਿਹੜਾ ਮੁੱਲ ਇਹ ਇੰਨਾ ਦੇਣਗੇ। ਲੇਕਿਨ MSP ਵੀ ਹਰ ਚੀਜ਼ ਤੇ 30-32 ਕਮੋਡਿਟੀਜ਼ ਤੇ ਜਿਹੜੀ ਇਹ MSP ਹੈ, ਲੇਕਿਨ ਇਹ 2 ਚੀਜ਼ਾਂ ਤੇ ਮਿਲ ਰਹੀ ਹੈ ਔਰ ਪੂਰੇ ਹਿੰਦੁਸਤਾਨ ਵਾਸਤੇ ਉਹ ਤੇ ਮਿਲ ਰਹੀ ਹੈ ਹਰਿਆਣਾ ਤੇ ਪੰਜਾਬ 'ਚ। ਪੰਜਾਬ ਹਰਿਆਣੇ ਨੂੰ ਵੀ ਫਰੀ 'ਚ ਨਹੀਂ ਦਿੱਤੀ, ਇਹਨਾਂ ਲੋਕਾਂ ਨੇ ਪੂਰੀ ਤਰ੍ਹਾਂ ਲੜ ਕੇ ਸੰਘਰਸ਼ ਕਰਕੇ MSP ਲੱਤੀ ਹੈ। MSP ਤੇ ਸਾਹ ਲੈਣ ਜੋਗਾ ਬੰਦੇ ਨੂੰ ਟਿਕਾਣੇ ਰੱਖਣ ਵਾਸਤੇ ਹੀ ਹੈ। ਤੇ ਇਹ ਸਰਕਾਰ ਜਿਹੜਾ ਜ਼ਬਾਨੀ ਕਹਿ ਰਹੀ ਹੈ, ਤੇ ਜਦੋਂ 32 ਚੀਜ਼ਾਂ ਤੇ ਪਹਿਲਾਂ ਨਹੀਂ ਦੇ ਰਹੀ ਔਰ 2 ਸਟੇਟਾਂ ਨੂੰ ਛੱਡ ਕੇ ਪੂਰੇ ਹਿੰਦੁਸਤਾਨ 'ਚ ਨਹੀਂ ਦੇ ਰਹੀ ਹੈ, ਤੇ ਕਿੱਦਾਂ ਇਤਬਾਰ ਕੀਤਾ ਜਾ ਸਕਦਾ ਹੈ? ਇਹ ਜ਼ਰੂਰੀ ਹੈ ਕਿ ਕਾਨੂੰਨ ਬਣਾਵੇ ਕਿ MSP ਤੋਂ ਘੱਟ ਜਿਹੜਾ ਕੋਈ ਜਿਹੜਾ ਵਪਾਰੀ ਹੈ ਉਹ ਜਿਣਸ ਨਹੀਂ ਖਰੀਦੇਗਾ। ਇਹ ਸਾਹ ਲੈਣ ਦਾ ਇੱਕ ਜਰੀਆ, ਹੋ ਰਿਹਾ ਤੋਂ ਵੱਧ ਕੁਝ ਨਹੀਂ ਹੈ। ਖੁਦਕਸ਼ੀਆਂ ਕਾਰਨ ਹੈ ਕਿ ਜਿਹੜੀਆਂ ਲੋਕਾਂ ਦੀਆਂ ਆਮਦਨਾਂ ਨਹੀਂ ਹੈ, ਪੂਰੀ ਦੀ ਪੂਰੀ ਇਨਪੁਟਸ ਜਿਹੜੀ ਆਉਂਦੀ ਹੈ, ਖਾਦ, ਬੀਜ, ਇਹ ਸਾਰਾ ਕੁਝ, ਉਹ ਤੋਂ ਬਾਅਦ ਜਿਹੜਾ ਕਿਸਾਨ ਆਪਣੀ ਉਹਦੇ 'ਚ ਲਾਉਂਦਾ ਹੈ ਉਹ ਕਦੇ ਵੀ ਗਿਣਦਾ ਨਹੀਂ। ਤੜਕੇ 4 ਵਜੇ ਤੋਂ ਉੱਠ ਕੇ ਰਾਤ ਨੂੰ 9 ਵਜੇ ਤੱਕ ਨੂੰ ਉਹ ਖੇਤੀ ਦੇ ਕੰਮ 'ਚ ਲੱਗਾ ਰਹਿੰਦਾ ਹੈ, ਤੇ ਉਹ ਆਪਣੀ ਜਿਹੜੀ ਮਿਹਨਤ ਉਹਦੇ 'ਚ ਨਹੀਂ ਗਿਣਦਾ। ਇਸ ਕਰਕੇ ਜਿਹੜੇ ਘਾਟੇ ਪੈਨੇ, ਕੋਈ ਬਿਮਾਰੀ ਆ ਗਈ, ਸਾਰਾ ਕੁਝ ਕਿਉਂਕਿ ਪ੍ਰਾਈਵੇਟ ਇਹਨੇ ਕਰਤਾ ਸਾਰਾ। ਤੇ ਕੋਈ ਵੀ ਹਸਪੀਟਲ ਗਰੀਬ ਨੂੰ ਤਾਂ ਕਹਿੰਦੇ 3 ਲੱਖ ਰੁਪਏ ਜਮ੍ਹਾਂ ਕਰਾਂ ਫਿਰ ਤੇਰਾ ਚੈੱਕ ਕਰਦੇ ਆ, ਤੇ ਇਹਨਾਂ ਲੋਕਾਂ ਦੇ ਜਦੋਂ ਕਿਤੇ ਇਸ ਤਰ੍ਹਾਂ ਦੀ ਬਿਮਾਰੀ ਆ ਜਾਂਦੀ ਹੈ ਉਹ ਉੱਥੇ ਸਾਰਾ ਪੈਸਾ ਲੱਗ ਜਾਂਦਾ ਹੈ, ਤੇ ਉਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇਹ ਜਿਹੜੀ ਖੁਦਕਸ਼ੀਆਂ ਉਹ ਵੱਧ ਰਹੀ ਹੈ। ਔਰ ਇਹਦੇ ਨਾਲ ਜਿਹੜਾ ਇਹ ਸਿਸਟਮ ਨੇ ਜਦੋਂ ਕਲੈਪਸ ਹੋਣਾ ਤੇ ਬੇਰੁਜ਼ਗਾਰੀ ਵਧਣੀ ਹੈ, ਤੇ ਉਹਦੇ ਨਾਲ ਜਿਹੜਾ ਲੋਕਾਂ ਦੇ, ਆਮ ਲੋਕਾਂ ਦੇ ਬਹੁਤ ਕਚੁਮਰ ਨਿਕਲਣਾ। ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਲੋਕਾਂ ਦਾ ਜਿਹੜਾ ਬੈਠਣਾ
ਧਰਨੇ ਦੇਣੇ ਇਹ ਕਿਸੇ ਦਾ ਸ਼ੌਕ ਨਹੀਂ। ਅੱਜ ਜੀਰੀ ਦੀ ਫਸਲ ਦਾ ਟਾਈਮ ਹੈ ਤੇ ਉਹਦੇ ਤੇ ਵੀ ਲੋਕ ਸੜਕਾਂ ਤੇ ਬੈਠੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਦੁੱਖ ਹੈ ਔਰ ਸਮਝ ਗਏ ਆ ਲੋਕ ਇਹ ਕਿਸੇ ਦੀ ਹੁਣ ਚਾਲ ਨਹੀਂ ਚੱਲਣੀ ਇੱਥੇ। ਇੱਕ ਸਵਾਲ ਜ਼ਰੂਰ ਹੈ ਕਿ ਕਿਸਾਨ ਜਥੇਬੰਦੀਆਂ ਇਹ ਗੱਲ ਆਖ ਰਹੀਆਂ ਨੇ ਕਿ ਇਹ ਜਿਹੜਾ ਅੰਦੋਲਨ ਹੈਗਾ ਇਹ ਦੇਸ਼ ਭਰ ਦਾ ਅੰਦੋਲਨ ਹੈਗਾ। ਕੀ ਹਰਿਆਣਾ ਦੇ ਕਿਸਾਨਾਂ ਨਾਲ ਤੁਸੀਂ ਸੰਪਰਕ ਕੀਤਾ ਹੈ? ਕਿਉਂਕਿ ਕੇਂਦਰ ਨੇ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਸੱਦਿਆ ਉੱਥੇ, ਜੇ ਇਹ ਦੇਸ਼ ਭਰ ਦਾ ਅੰਦੋਲਨ ਹੈਗਾ ਫਿਰ ਖਾਲੀ ਪੰਜਾਬ ਦੇ ਕਿਸਾਨਾਂ ਨੂੰ ਜੇ ਸੱਦਿਆ ਜਾਂਦਾ ਕੀ ਮਸਲੇ ਦਾ ਹੱਲ ਨਿਕਲੇਗਾ? ਕਿਸ ਤਰ੍ਹਾਂ ਤੁਸੀਂ ਪਲੈਨਿੰਗ ਕਰ ਰਹੇ ਹੋ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇੱਕ ਮੰਚ ਉੱਤੇ ਲਿਆਉਣ ਦੀ? ਹਿੰਦੁਸਤਾਨ ਪੱਧਰ ਤੇ 240 ਜਥੇਬੰਦੀਆਂ ਦੀ ਇੱਕ ਜਥੇਬੰਦੀ ਬਣੀ ਹੋਈ ਕਿਸਾਨਾਂ ਦੀ। ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਸ਼ੀਰਸ਼ ਦੀ ਹੈਗੀ ਆ ਉਹਨਾਂ ਨੂੰ ਬੁਲਾਇਆ ਜਾਵੇ, ਲੇਕਿਨ ਸਰਕਾਰਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਦੀਆਂ ਔਰ ਜਿਹੜਾ ਜਿੱਥੇ ਜ਼ਿਆਦਾ ਗੁੱਸਾ ਹੁੰਦਾ ਹੈ, ਜਿੱਥੇ ਨਸੂਰ ਫੁੱਟ ਰਿਹਾ ਹੁੰਦਾ ਹੈ, ਚੀਰਾ ਹਮੇਸ਼ਾ ਉੱਥੇ ਹੀ ਲਾਇਆ ਜਾਂਦਾ ਹੈ। ਤੇ ਸੈਂਟਰ ਸਰਕਾਰ ਨੇ ਪੰਜਾਬ ਹੀ ਇੱਕ ਇਹੋ ਜਿਹੀ ਸਟੇਟ ਹੈ ਜਿੱਥੇ 100% ਕਿਸਾਨ ਭਾਵੇਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੀ, ਪੋਲੀਟੀਕਲ ਪਾਰਟੀ ਨੂੰ ਉਸ ਕਿਸਾਨ ਨੇ ਆਪਣੀ ਪੋਲੀਟੀਕਲ ਪਾਰਟੀ ਨੂੰ ਕਹਿਤਾ ਤੂੰ ਪਿੱਛੇ ਰਹਿ, ਤੂੰ ਸਾਡੀ ਸਟੇਜ ਤੇ ਨਹੀਂ ਆਉਣਾ, ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਦੇ ਖਿਲਾਫ ਲੜਾਂਗੇ। ਤੇ ਉਹਦੇ ਕਰਕੇ ਉਹਨੇ ਜਿਹੜੀ ਇਹ ਸੋ ਕਾਲਡ ਮੀਟਿੰਗਾਂ ਨਹੀਂ ਸੋ ਕਾਲਡ ਮੀਟਿੰਗਾਂ ਉਹਨੇ ਬੁਲਾਈ ਸੀ। ਪਹਿਲਾਂ ਇੱਕ ਬੁਲਾਈ ਸੀ, ਉਹ ਮਨਾ ਕਰਤਾ ਸੀ, ਲੇਕਿਨ ਦੂਜੀ ਮੀਟਿੰਗ ਜਿਹੜੀ ਬੁਲਾਈ ਸੀ ਉਹ ਕਿਸਾਨਾਂ ਨੇ ਲੀਡਰਸ਼ਿਪ ਸਿਆਣੀ ਆ, ਇਹਨਾਂ ਨੇ ਸੋਚਿਆ ਕਿ ਇਹ ਨਾ ਕਹਿਣ ਕਿ ਵੀ ਤੁਸੀਂ ਜਿਹੜਾ ਗੱਲਬਾਤ ਹੀ ਨਹੀਂ ਕਰਨੀ ਚਾਹੁੰਦੇ, ਇਸ ਕਰਕੇ ਲੋਕਾਂ ਨੂੰ ਦਿਖਾਉਣ ਵਾਸਤੇ ਸਾਰੀਆਂ ਜਥੇਬੰਦੀਆਂ ਉੱਥੇ ਗਈਆਂ ਔਰ ਉੱਥੇ ਜਾ ਕੇ ਸੈਕਟਰੀ ਲੈਵਲ ਦਾ ਕੋਈ ਵੈਲਿਊ ਨਹੀਂ। ਡੈਮੋਕ੍ਰੇਸੀ ਦੇ ਵਿੱਚ ਸੈਕਟਰੀ ਦੀ ਇੱਕ ਨੌਕਰ ਹੈ, ਕੋਈ ਵੈਲਿਊ ਨਹੀਂ, ਉਹ ਕੋਈ ਵਾਪਸ ਨਹੀਂ ਕਰਾ ਸਕਦਾ, ਉਹ ਕੋਈ ਆਪਣੀ ਸਲਾਹ ਨਹੀਂ ਦੇ ਸਕਦਾ ਸਰਕਾਰ ਨੂੰ। ਤੇ ਆਹ ਦਾ ਹੋਰ ਮਾੜੀ ਜਿਹੜੀ ਫਾਸ਼ੀਵਾਦੀ ਸਰਕਾਰ ਬਣ ਗਈਆਂ, ਇਹਦੇ ਇਕੱਲਾ ਮੋਦੀ ਹੈ। ਮੋਦੀ ਇਜ਼ ਇੰਡੀਆ, ਇੰਡੀਆ ਇਜ਼ ਮੋਦੀ, ਮੋਦੀ ਇਜ਼ ਗਵਰਨਮੈਂਟ, ਗਵਰਨਮੈਂਟ ਇਜ਼ ਮੋਦੀ। ਮੋਦੀ ਤੋਂ ਬਿਨਾ ਹੋਰ ਕਿਸੇ ਦੀ ਕੋਈ ਗੱਲ ਨਹੀਂ ਉੱਥੇ। ਤੇ ਘੱਟੋ ਘੱਟ ਜਿਹੜਾ ਕੰਸਰਨਡ ਮੰਤਰੀ ਸੀ ਉਹ ਆਉਂਦਾ, ਜਾਂ ਕੋਈ ਜਿਹੜਾ ਮੋਦੀ ਨੂੰ ਕੋਈ ਸਲਾਹ ਦੇ ਸਕੇ ਉਹ ਆਉਂਦਾ, ਉਹ ਨਹੀਂ ਆਏ। ਤੇ ਇਹ ਪੰਜਾਬ ਦੇ ਲੋਕਾਂ ਨੂੰ ਬੁਲਾ ਕੇ ਵੀ ਗੱਲ ਸਕਸੈਸ ਨਹੀਂ ਕਰ ਸਕੇ, ਲੇਕਿਨ ਇਹ ਹਿੰਦੁਸਤਾਨ ਪੱਧਰ ਤੇ ਕਿਸਾਨਾਂ ਦੀ ਜਿਹੜੀ ਜਥੇਬੰਦੀ ਬਣੀ ਆ ਉਹਦੇ ਨਾਲ ਗੱਲ ਕਰਕੇ ਪੂਰੇ ਹਿੰਦੁਸਤਾਨ ਦੇ ਜਿਹੜਾ ਇਹ ਹੈਗਾ ਉਹਨੂੰ ਸੋਲਵ ਕਰਨ ਦੀ ਲੋੜ ਹੈ। ਕੱਲੀ ਸਟੇਟ ਨਾਲ ਕਰਕੇ ਨਹੀਂ ਹੋਣਾ, ਲੇਕਿਨ ਇਹ ਗੁੱਸੇ ਨੂੰ ਜ਼ਰੂਰ ਠੰਡਾ ਕੀਤਾ ਜਾ ਸਕਦਾ ਸੀ ਜੇ ਇਹਨਾਂ ਕਿਸਾਨਾਂ ਦੇ ਨਾਲ ਹੀ ਜੇ ਕਰ ਲੈਂਦੇ, ਕਿਉਂਕਿ ਉਹੀ ਇੰਪਲੀਮੈਂਟ ਹੋ ਜਾਂਦਾ। ਫਿਰ ਜੇ ਪੰਜਾਬ ਦੇ ਕਿਸਾਨ ਨੂੰ ਕਾਨੂੰਨ ਬਣ ਜੇ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਥੱਲੇ ਕੋਈ ਖਰੀਦ ਨਹੀਂ ਸਕਦਾ, ਨੈਚੁਰਲੀ ਸਾਰੇ ਹਿੰਦੁਸਤਾਨ ਦੇ ਲਾਗੂ ਹੋਊਗਾ। ਪਰ ਜ਼ਰੂਰੀ ਹੈ ਕਿ ਮਤਲਬ ਪੂਰੇ ਹਿੰਦੁਸਤਾਨ ਦੀ ਜਿਹੜੀ ਲੀਡਰਸ਼ਿਪ ਹੈ ਕਿਸਾਨਾਂ ਦੀ 2016 ਤੋਂ ਬਣੀ ਆ, ਤੇ ਉਹਨਾਂ ਦੇ ਜਿਹੜੇ ਆ ਵੱਡੇ ਉਹਨਾਂ ਜਲਸੇ ਵੀ 26 ਨਵੰਬਰ ਨੂੰ ਫੇਰ ਦੁਬਾਰੇ ਕਰ ਰਹੇ ਆ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਮਜ਼ਦੂਰ ਉਹਨਾਂ ਦਾ ਸਾਥ ਦੇ ਰਹੇ ਆ। ਤੇ 26-27 ਨਵੰਬਰ ਨੂੰ ਇਹ ਦਿੱਲੀ ਨੂੰ ਹਿਲਾ ਦੇਣਗੇ ਤੇ ਪੰਜਾਬ ਜਿਹੜਾ 100% ਜਾਏਗਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸ਼ੇਰ ਸਿੰਘ, ਸੈਕਟਰੀ ਪਿੰਡ ਦੱਪਰ। 73 ਸਾਲ ਦੀ ਉਮਰ ਹੈ ਮੇਰੀ ਜੀ। ਤੇ ਮੈਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਹ ਸਾਰਾ ਕੁਝ ਦੇਖਿਆ ਹੈ। ਪੰਜਾਬੀਆਂ ਨੇ ਆਜ਼ਾਦੀ ਵਾਸਤੇ, ਆਪਾਂ ਸਾਰਿਆਂ ਨੂੰ ਪਤਾ 90 ਤੋਂ ਲੈ ਕੇ 95% ਤੱਕ ਕੁਰਬਾਨੀਆਂ ਦਿੱਤੀਆਂ ਹੈ। ਉਹ ਕਾਹਦੇ ਵਾਸਤੇ? ਆਜ਼ਾਦੀ ਮਾਣਨ ਵਾਸਤੇ। ਪਰ ਹੁਣ ਇਹੋ ਜਿਹਾ ਟਾਈਮ ਮੋਦੀ ਨੇ ਲਿਆਤਾ ਵੀ ਮੁੜ ਕੇ ਗੁਲਾਮ ਹੀ ਬਣਾਉਣ ਲੱਗਿਆ। ਇਹ ਗੁਲਾਮੀ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦੇ। ਪੰਜਾਬੀਆਂ 'ਚ ਖਾਸੀਅਤ ਹੈ, ਗੁਰੂਆਂ ਦੀ ਧਰਤੀ ਹੈ ਇਹ ਆਜ਼ਾਦ ਰਹਿੰਦੇ ਹੈ। ਇਹ ਗੁਲਾਮੀ ਜਾਨਾਂ ਦੇ ਕੇ ਵੀ ਇਹ ਗੁਲਾਮੀ ਦੂਰ ਕਰਦੇ ਹੈ। ਸੋ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਬਣਾਏ ਹੈ ਇਹ ਕਿਸੇ ਤੋਂ ਰਾਏ ਨਹੀਂ ਲਈ। ਇਹਦਾ ਫਰਜ਼ ਬਣਦਾ ਸੀ ਪੰਜਾਬੀਆਂ ਤੋਂ, ਕਿਸਾਨਾਂ ਤੋਂ ਇਹਦੇ ਬਾਰੇ ਜਾਣਕਾਰੀ ਲੈਂਦਾ ਵੀ ਤੁਹਾਡੇ ਹੱਕ 'ਚ ਕਿਆ ਚੀਜ਼ ਜਾਂਦੀ ਹੈ। ਕਿਸਾਨਾਂ ਦੀ ਮੰਗ ਸੀ ਸਵਾਮੀਨਾਥਨ ਰਿਪੋਰਟ, ਕਹਿੰਦਾ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਮੈਂ ਲਾਗੂ ਕਰੂੰਗਾ, ਪਰੰਤੂ ਉਹ ਤਾਂ ਕਿਆ ਲਾਗੂ ਕਰਨੀ ਸੀ, ਉਲਟਾ ਇਹ ਜਿਹੜੇ ਕਾਲੇ ਕਾਨੂੰਨ ਹੈ ਇਹ ਥੋਪ ਤੇ ਕਿਸਾਨਾਂ ਤੇ। ਇਹ ਸਾਰੇ ਜਿਹੜੇ ਕਾਨੂੰਨ ਹੈ ਇਹ ਸਰਮਾਏਦਾਰੀ ਪੱਖੀ ਹੈ। ਹੁਣ ਜ਼ਿਮੀਂਦਾਰ ਇੰਨੇ ਨਿਆਣੇ ਨਹੀਂ ਰਹੇ, ਇਹ ਆਪਣੇ ਹੱਕਾਂ ਵਾਸਤੇ ਲੜਨ ਜਾਣਦੇ ਹੈ। ਇਹਦੇ ਵਾਸਤੇ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਸੀ। ਹੁਣ ਵੀ ਸਮਾਂ ਹੈ, ਜੋ ਸੰਭਾਲ ਸਕਦਾ ਹੈ ਸੰਭਾਲ ਲਵੇ, ਨਹੀਂ ਤਾਂ ਫਿਰ ਉਹਨੂੰ ਇਹ ਪੰਜਾਬੀ ਕਿਆ ਹਿੰਦੁਸਤਾਨ, ਸਾਰਾ ਹਿੰਦੁਸਤਾਨ ਹੀ ਹੁਣ ਇਸ ਗੱਲ 'ਤੇ ਇਕੱਠਾ ਹੋਇਆ ਹੈ। ਉਹਨੂੰ ਮੁੜ ਕੇ ਉਹੀ ਦਿਨ ਦਿਖਾੜ ਦੇਣਗੇ ਜਿੱਥੋਂ ਇਹ ਤੁਰਿਆ ਸੀਗਾ ਜੀ। ਸੋ ਤੁਹਾਡਾ ਕੀ ਨਾਮ ਜੀ? ਧਰਮ ਸਿੰਘ ਹੈ ਜੀ, ਦੱਪਰ। ਧਰਮ ਸਿੰਘ ਜੀ, ਜਿੱਦਾਂ ਅੰਕਲ ਜੀ ਹੋਰਾਂ ਨੇ ਦੱਸਿਆ ਹੈ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਗੁਲਾਮੀ ਬਰਦਾਸ਼ਤ ਨਹੀਂ ਕਰਦੇ ਕਦੇ ਵੀ। ਤੇ ਨਰਿੰਦਰ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹਾਲ ਜਦੋਂ 6 ਸਾਲਾਂ ਦੀ ਸਰਕਾਰ ਦੇ ਦੌਰਾਨ ਜਿਹੜੇ ਫੈਸਲੇ ਲਏ ਗਏ ਨੇ, ਖਾਸ ਤੌਰ ਤੇ ਪੰਜਾਬ ਦੇ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਆਇਆ ਹੈ।
ਤੇ ਅੱਜ ਪਹਿਲੀ ਵਾਰ ਇਹ ਹੋਇਆ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਝੁਕ ਸਕਦੀ ਹੈ ਇਸ ਅੰਦੋਲਨ ਦੇ ਅੱਗੇ, ਜਾਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦੇ ਵੱਲ ਵੱਧ ਸਕਦਾ ਪੰਜਾਬ? ਸਰਕਾਰ ਨੂੰ ਝੁਕਣਾ ਪੈਣਾ ਜੀ, ਬਿਲਕੁਲ ਝੁਕੂਗੀ। ਸਾਡਾ ਸੰਘਰਸ਼ ਇੰਨਾ ਚੱਲੂਗਾ ਕਿ ਇਹਨੂੰ ਝੁਕਾ ਕੇ ਹਟੂਗੇ। ਅਸੀਂ ਇੱਕ ਮੱਚ ਦੇ ਇਕੱਠੇ ਹੋ ਗਈ ਸਾਰੀ ਯੂਨੀਅਨ। ਜੀ ਹਾਂਜੀ, ਜਿੱਦਾਂ ਕਿ ਕੈਪਟਨ ਸਾਹਿਬ ਔਰ ਉਹਨਾਂ ਦਾ ਬਿਆਨ ਆਇਆ ਕਿ ਅਸੀਂ 19 ਅਕਤੂਬਰ ਨੂੰ ਵਿਸ਼ੇਸ਼ ਸੈਸ਼ਨ ਸੱਦ ਰਹੇ ਹਾਂ, ਤੇ ਉਸ ਸੈਸ਼ਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਕੀ ਤੁਹਾਡੀ ਕੋਈ ਮੰਗ ਕੀ ਉਸ ਸੈਸ਼ਨ ਦੇ ਵਿੱਚ ਮਤਾ ਲਿਆਉਣਾ ਚਾਹੀਦਾ ਹੈ? ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਜੀ। ਕੀ ਨਾਮ ਤੁਹਾਡਾ ਜੀ? ਹਰੀ ਸਿੰਘ ਹੈ ਜੀ ਮੇਰਾ ਨਾਮ। ਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਸਾਹਿਬ ਨੇ ਜਿਹੜਾ ਸੱਦਿਆ ਵਿਸ਼ੇਸ਼ ਸੈਸ਼ਨ, ਤੇ ਉਹਦੇ ਵਿੱਚ ਕੀ ਮਤਾ ਲਿਆਉਣਾ ਚਾਹੀਦਾ ਹੈ? ਕੀ ਕੁਝ ਹੋ ਸਕਦਾ ਹੈ ਜੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਂਦਾ ਪੰਜਾਬ ਵਿਧਾਨ ਸਭਾ ਵਿੱਚ? ਦੇਖੋ ਜੀ, ਅਮਰਿੰਦਰ ਸਿੰਘ ਨੂੰ ਜ਼ਰੂਰ ਸੈਸ਼ਨ ਸੱਦ ਕੇ ਜਲਦੀ ਤੋਂ ਜਲਦੀ ਮਤਾ ਪਾ ਕੇ ਮੋਦੀ ਤੱਕ ਭੇਜਣਾ ਚਾਹੀਦਾ ਹੈ, ਤਾਂ ਹੀ ਕਿਸਾਨਾਂ ਦੇ ਹੱਕ 'ਚ ਉਹਦਾ ਸਹਿਯੋਗ ਹੋ ਸਕਦਾ ਹੈ ਵੀ ਕਿਸਾਨਾਂ ਦੇ ਹੱਕ 'ਚ ਖੜੇ ਹੈ। ਨਹੀਂ ਤਾਂ ਅਸੀਂ ਇਹ ਸਮਝਾਂਗੇ ਵੀ ਉੱਪਰੋਂ ਹੀ ਸਾਡੇ ਨਾਲ ਉਹ ਕਰ ਰਹੇ ਆ ਵੀ ਹੱਕ 'ਚ ਕੋਈ ਨਹੀਂ ਹੈ ਸਾਡੇ। ਜੀ ਇੱਕ ਸਵਾਲ ਇਹ ਕਿ ਲੰਮਾ ਤਜਰਬਾ ਹੈ ਤੁਹਾਡੇ ਕੋਲ ਵੀ ਖੇਤੀ ਦਾ, ਤੇ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਕਿਸਾਨ ਦੇ ਬੱਚੇ ਨੇ ਉਹ ਖੇਤੀ ਨਾਲ ਟੁੱਟ ਗਏ ਨੇ। ਕੋਈ ਨੌਕਰੀ ਕਰਨ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ, ਕੋਈ ਵਿਦੇਸ਼ਾਂ ਵਿੱਚ ਜਾਣ ਨੂੰ ਜ਼ਿਆਦਾ ਤਰਜੀਹ ਦਿੰਦਾ ਹੈਗਾ, ਤੇ ਕਾਰਨ ਕੀ ਹੈਗਾ ਕਿ ਕਿਉਂ ਟੁੱਟਦੇ ਜਾ ਰਹੇ ਨੇ ਬੱਚੇ? ਕਾਰਨ ਦੇਖੋ ਜੀ ਇਹੀ ਹੈ, ਜਿਹੜਾ ਬੱਚਾ ਪੜ੍ਹ ਲੈਂਦਾ ਹੈ, ਪੜ੍ਹ ਲਿਖ ਕੇ ਇੱਥੇ ਵਿਹਲਾ ਫਿਰਦਾ ਹੈ, ਕੋਈ ਰੁਜ਼ਗਾਰ ਨਹੀਂ ਮਿਲਦਾ ਉਸ ਨੂੰ, ਵਿਹਲਾ ਫਿਰ ਕੇ ਉਹ ਨਸ਼ੇ ਕਰੇਗਾ ਜਾਂ ਹੋਰ ਕਰੇਗਾ। ਇਸ ਕਰਕੇ ਸਾਰਾ ਬਿਹਤਰ ਇਹੀ ਸਮਝਦਾ ਹੈ ਕਿ ਮੈਂ ਇੱਥੇ ਜਾ ਕੇ ਆਪਣੀ ਜ਼ਿੰਦਗੀ ਬਣਾਵਾਂ, ਬਾਹਰ ਜਾਵਾਂ। ਤੇ ਕਿਸਾਨ ਦਾ ਬੇਟਾ ਵੀ ਇਸੇ ਤਰ੍ਹਾਂ ਕਰਦਾ, ਇੱਥੇ ਕੋਈ ਮੁੱਲ ਨਹੀਂ ਮਿਲਦਾ ਉਹਦੀ ਮਿਹਨਤ ਦਾ, ਤੇ ਕਰਜ਼ਾਈ ਹੁੰਦਾ ਜਾ ਰਿਹਾ ਹੈ। ਉਹ ਵੀ ਇਹ ਸੋਚਦਾ ਵੀ ਪੜ੍ਹ ਕੇ 2 ਅੱਖਰ ਦੇ ਆਪਾਂ ਬਾਹਰ ਜਾ ਕੇ ਉੱਥੇ ਹੀ ਕਮਾਈ ਕਰੀਏ ਆਪਣੀ। ਇੱਥੇ ਇੰਡੀਆ 'ਚ ਰਹਿਣ ਨੂੰ ਕੋਈ ਪਸੰਦ ਨਹੀਂ ਕਰਦਾ, ਇਹੀ ਕਰਦੇ ਆ ਵੀ ਅਸੀਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਣਾਈਏ। ਜੀ ਤੁਹਾਡਾ ਕੀ ਨਾਮ ਜੀ? ਮੇਰਾ ਜੀ ਬਲਵਿੰਦਰ ਸਿੰਘ ਸੇਠੀ, ਕਾਰਕੌਰ ਪਿੰਡ। ਜੀ ਬਲਵਿੰਦਰ ਜੀ, ਕੀ ਲੱਗ ਰਿਹਾ ਕਿ ਸਰਕਾਰ ਤਾਂ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ, ਪਰ ਕਿਸਾਨ ਲੰਮੇ ਸਮੇਂ ਤੋਂ ਧਰਨਿਆਂ ਉੱਤੇ ਬੈਠੇ ਨੇ। ਕਦ ਤੱਕ ਚੱਲੇਗਾ ਕਿਸਾਨਾਂ ਦੇ ਅੰਦੋਲਨ? ਕਿਸਾਨ ਤਾਂ ਜੀ ਹੁਣ ਮਰਨ ਮਾਨ ਤੇ ਖੜਿਆ ਜੀ, ਇਸ ਸਟੇਜ ਤੇ ਪਹੁੰਚ ਗਿਆ। ਇਹਨਾਂ ਨੇ ਦੇਖ ਲਿਆ ਵੀ ਸਰਕਾਰਾਂ ਇਹਨਾਂ ਨੂੰ ਮੋਦੀ ਦੇ ਵੈਸੇ ਕੰਨ ਤੇ ਜੂੰ ਨਹੀਂ ਸਰਕ ਰਹੀ ਹੈ, ਪਰ ਦ੍ਰਿੜ ਇਰਾਦਾ ਬਣਾ ਲਿਆ ਕਿਸਾਨ ਨੇ ਵੀ ਜਦੋਂ ਤੱਕ ਵੀ ਲੰਬਾ ਸੰਘਰਸ਼ ਚੱਲੇਗਾ ਅਸੀਂ ਚਲਾਵਾਂਗੇ। ਸਰਕਾਰ ਨੂੰ ਇਸ ਕਿਸਾਨ ਦੇ ਅੱਗੇ ਜਿਹਦੇ ਗੋਡੇ ਟਿਕਣੇ ਪੈਣੇ ਹੈ, ਨਹੀਂ ਤਾਂ ਇੱਥੇ ਦਾ ਜੋ ਨੌਜਵਾਨ ਵਰਗ ਹੈ ਉਹ ਕਿਤੇ 84 ਵਾਲਾ ਰੂਪ ਨਾ ਧਾਰ ਲਵੇ ਜੋ ਪਹਿਲਾਂ ਬੀਤਿਆ ਨਾ ਆਪਣੇ ਤੇ ਪੰਜਾਬ ਤੇ, ਕਿਤੇ ਨੌਜਵਾਨ ਵਰਗ ਨੂੰ ਉਸ ਨਾ ਚੱਕਣਾ ਪਏ ਹਥਿਆਰ। ਪਰ ਇਹ ਪਿੱਛੇ ਨਹੀਂ ਹਟੇਗੀ ਕਿਸਾਨ ਜਥੇਬੰਦੀਆਂ। ਹਾਂ, ਇਹ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਉਣ ਵਾਸਤੇ ਇਹ 5 ਸਾਲ ਵਾਸਤੇ ਲਾਰੇ ਲਾ ਕੇ ਨਾ ਸਾਨੂੰ ਵੋਟਾਂ ਲੈ ਕੇ MP ਬਣ ਕੇ MLA ਬਣ ਕੇ ਸਾਤੋਂ ਨਿਕਲ ਜਾਂਦੇ ਆ। ਇਸੇ ਤਰ੍ਹਾਂ ਫੇਰ ਪਲਾਨ ਆ ਜਾਂਦਾ ਹੈ। ਇਹ ਸਾਡੇ ਥੋੜ੍ਹੇ ਜਿਹੇ ਬੁੱਧੀਜੀਵ ਹੁਣ ਸਮਝ ਆ ਗਈ ਹੈ ਲੋਕਾਂ ਨੂੰ, ਪੜ੍ਹੇ ਲਿਖੇ ਵਰਗ ਹੋ ਗਿਆ ਹੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਕਿਆ ਚਾਹੀਦਾ ਹੈ। ਇਸ ਕਰਕੇ ਹੁਣ ਅਸੀਂ ਆਪਣਾ ਸੰਘਰਸ਼ ਇੰਨਾ ਤੇਜ਼ ਰੱਖਾਂਗੇ, ਤੇਜ਼ ਰੱਖ ਕੇ ਮਤਲਬ ਸਰਕਾਰ ਨੂੰ ਸਾਡੇ ਇਹ ਕਿਸਾਨੀ ਅੱਗੇ ਗੋਡੇ ਟਿਕਣੇ ਪੈਣੇ ਹਨ। ਸਤਿ ਸ਼੍ਰੀ ਅਕਾਲ ਬਾਬਾ ਜੀ, ਤੁਹਾਡਾ ਕੀ ਨਾਮ? ਸਰਦਾਰਾ ਸਿੰਘ। ਤੁਹਾਡੇ ਪੈਰ 'ਤੇ ਸੱਟ ਲੱਗੀ ਹੋਈ ਹੈ, ਤੇ ਮੈਂ ਦੇਖ ਰਿਹਾ ਕਿ ਤੁਸੀਂ ਅੱਜ ਇੱਥੇ ਆਏ ਹੋ। ਰੋਜ਼ ਡੇਲੀ ਆਉਂਦਾ ਜੀ, ਰੋਜ਼ ਆਉਂਦੇ? 1 ਮਹੀਨਾ ਧਰਨਾ ਲਾਲੜੂ ਵੀ ਜਾ ਰਹੇ ਹਾਂ, ਫਿਰ ਇੱਥੇ ਆਪਣਾ ਕਿਸਾਨਾਂ ਕੇ ਹੱਕ ਮਾਰੇ ਮੋਦੀ ਸਰਕਾਰ ਦੇ ਖਿਲਾਫ ਹੈ। ਮੋਦੀ ਸਰਕਾਰ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਕਿਵੇਂ ਨੁਕਸਾਨ ਕਰ ਸਕਦੇ ਨੇ ਕਿਸਾਨੀ ਨੂੰ? ਨੁਕਸਾਨੇ ਆ ਸਾਰਾ ਜੀ ਸਾਡਾ, ਇਕੱਲੇ ਕਿਸਾਨਾਂ ਨੂੰ ਕੀ ਜੀ, ਥੱਲੇ ਤੋਂ ਉੱਪਰ ਤੱਕ ਸਾਰੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਪਰਮਜੀਤ ਸਿੰਘ, ਪਿੰਡ ਦੱਪਰ, ਐਕਸ ਮੈਂਬਰ ਬਲਾਕ ਸਮਿਤੀ ਡੇਰਾਬੱਸੀ। ਠੀਕ ਹੈ ਜੀ। ਹਾਂਜੀ, ਇਹ ਜਿਹੜੇ ਤਿੰਨੋਂ ਕਾਨੂੰਨ ਹੈ ਨਾ, ਇਹ ਬਿਲਕੁਲ ਸਰਾਸਰ ਇਹਨਾਂ ਨੇ ਸਾਡੇ ਤੇ ਗਲਤ ਥੋਪੇ ਹੈ। ਜਦ ਮੈਨੂੰ ਰੋਟੀ ਇੱਕ ਖਾਣੀ ਹੈ, ਮੈਨੂੰ 4 ਕਿਉਂ ਖਿਲਾ ਰਹੇ ਆ? ਕਿਸਾਨ ਮਾਰੂ ਜੇ ਮੈਨੂੰ ਲੋੜੋਂ ਨਹੀਂ ਹੈ ਮੇਰੀ ਸਲਾਹ ਇਹ ਮੋਦੀ ਅਸੀਂ ਬਣਾਇਆ ਨਾ, ਅਸੀਂ ਵੀ ਸਮਰਥਨ ਨਾਲ ਸੀ ਸਾਡੀ ਪਾਰਟੀ ਦਾ ਵੀ, ਤੇ ਅਸੀਂ ਬਣਾਇਆ ਸੀ ਫਾਇਦੇ ਕਰਕੇ, ਥੋੜੀ ਵੀ ਸਾਨੂੰ ਨੁਕਸਾਨ ਕਰੂਗਾ ਇਹ। ਕੋਈ ਸਲਾਹ ਨਹੀਂ ਕੀਤੀ, ਕੋਈ ਮਸ਼ਵਰਾ ਨਹੀਂ ਕੀਤਾ, ਐਵੇਂ ਥੋਪ ਰਿਹਾ। ਨੁਕਸਾਨ ਕਿਉਂ ਕਰ ਰਿਹਾ ਸਾਡਾ ਇਹ? ਥੱਲੇ ਤੋਂ ਲੇਬਰ ਤੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਹੈ ਸਭ ਨੁਕਸਾਨ ਹੈ ਇਹਦਾ। ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂ, ਸਾਲ 'ਚ 2 ਸਾਲ 'ਚ ਵੀ ਇਹਦਾ ਕੀ ਨੁਕਸਾਨ ਹੋਣਾ ਹੈ। ਦੂਜੇ ਪਾਸੇ ਜਿਹੜੇ BJP ਦੇ ਕੇਂਦਰੀ ਮੰਤਰੀ ਨੇ ਉਹ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਪ੍ਰਚਾਰ ਕਰ ਰਹੇ ਨੇ ਜੀ, ਖੇਤੀ ਬਿੱਲ ਬੜੇ ਵਧੀਆ ਨੇ। ਝੂਠੇ ਸਾਫੇ ਬੰਦ ਗਏ, ਝੂਠੇ ਕੁੜਤੇ ਪਜਾਮੇ ਪੰਜਾਬੀ ਪਾ ਕੇ ਉਹ ਪਿੰਡਾਂ 'ਚ ਕੂੜ ਪ੍ਰਚਾਰ ਕਰ ਰਹੇ ਆ। ਉਹਨਾਂ ਨੂੰ ਲੋਕੀ ਵੜਨ ਨਹੀਂ ਦਿੰਦੇ, ਬਿਲਕੁਲ ਮੂੰਹ ਨਹੀਂ ਲਾਉਂਦੇ। ਜੇ ਉਹ ਆਪਣੇ ਸਹੀ ਰੂਪ 'ਚ ਆਉਣ ਨਾ BJP ਦੇ, ਜਿੱਦਾਂ ਧੋਤੀ ਲੂੰਗੀ ਚਾਹੁੰਦੇ ਆ,
ਵੜ ਕੇ ਦਿਖਾਣ ਮੈਨੂੰ ਪਿੰਡ 'ਚ। ਉਹ ਤਾਂ ਇੱਕ ਭਰਾਵਾ ਪਾ ਕੇ ਉਹਨਾਂ ਨੇ ਇੱਕ ਲਿਆਂਦੀ ਵੀ ਆਪਣੀ ਵਰਤੀ ਸਾਰੀ ਪੰਜਾਬੀ ਉਹ ਪਾਉਂਦੇ ਆ, ਫਿਰ ਲੈ ਕੇ ਉੱਤੇ ਆਉਂਦੇ ਆ, ਪਰ ਫਿਰ ਵੀ ਨਹੀਂ ਵੜਨ ਦਿੰਦੇ ਉਹਨਾਂ ਨੂੰ। ਸਾਨੂੰ ਪਛਾਣ ਉਹਨਾਂ ਦੀ ਬਿਲਕੁਲ। ਨਹੀਂ ਤੁਹਾਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਬੀਜੇਪੀ ਵਾਲੀ ਇੱਥੇ ਅਸ਼ਵਨੀ ਸ਼ਰਮਾ ਦੇ ਉੱਤੇ ਹਮਲਾ ਹੋਇਆ, ਹਾਂਜੀ, ਉਸ ਹਮਲੇ ਨੂੰ ਤੁਸੀਂ ਕਿਸ ਨਜ਼ਰੀਏ ਉੱਤੇ? ਆਸਮਨੀ ਸਾਡੇ ਜਿਹੜੇ ਧਰਨੇ ਚੱਲ ਰਹੇ ਆ ਪੰਜਾਬ 'ਚ ਸ਼ਾਂਤਮਈ ਬਿਨਾਂ ਹੁੱਲੜਬਾਜ਼ੀ ਤੋਂ, ਸਾਡੇ ਕੋਲ ਯੂਥ ਬੈਠਾ ਦੇਖੋ ਕਿੰਨਾ ਹੈ, ਬਿਲਕੁਲ ਆਰਾਮ ਨਾਲ ਬੈਠੇ ਆ, ਰੋਜ਼ ਆਉਂਦੇ ਆ, ਸੇਵਾ ਕਰਦੇ ਆ, ਚਾਹ ਪਿਲਾਉਂਦੇ ਆ, ਪਾਣੀ ਰੋਟੀ ਜਿਹੜੀ ਡਿਊਟੀ ਇਹਨਾਂ ਦੀ ਅਸੀਂ ਲਾਉਂਦੇ ਆ, ਜਦੋਂ ਉੱਠਦੇ ਨਹੀਂ ਬੈਠੇ ਆ ਇਹ। ਬਿਲਕੁਲ ਨਹੀਂ ਸਾਡਾ ਉੱਥੇ ਕੋਈ ਉਹਦੇ ਨੁਕਸਾਨ 'ਚ ਕੋਈ ਸਾਡਾ ਹੱਕ ਨਹੀਂ। ਉਹ ਤੇ ਉਹਨਾਂ ਦੇ ਆਪਣੀ ਰੰਜਿਸ਼ਬਾਜ਼ੀ, ਉਹਨਾਂ ਨੇ ਆਪਣੀ ਗੱਡੀ ਦੇ ਸਿੱਸੇ ਆਪ ਭੰਨ ਲਏ ਸਾਰੇ। ਤੁਹਾਨੂੰ ਲੱਗਦਾ ਕਿ ਆਪ ਭੰਨੇ ਉਹਨਾਂ ਨੇ? ਬਿਲਕੁਲ ਆਪ ਭੰਨੇ ਆ ਜੀ, ਟੀਵੀ ਤੇ ਦੇਖ ਰਹੇ ਆ ਸਾਰੇ, ਅਸੀਂ ਸਕਰੀਨ ਤੇ ਰੋਜ਼ ਦੇਖ ਰਹੇ ਆ। ਇਹ ਤਾਂ ਕਿ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਵੀ ਇਹ ਮਦਦ ਕਿਉਂ ਕਰ ਰਹੀ ਹੈ। ਤੁਹਾਡਾ ਕੀ ਨਾਮ ਭਾਜੀ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ, ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਜਿਹੜੇ ਹੈਗੇ ਨੇ ਸੜਕਾਂ ਦੇ ਉੱਤੇ ਹੈਗੇ ਨੇ, ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਸ ਹਿਸਾਬ ਨਾਲ ਕਲਾਕਾਰ ਤੇ ਐਕਟਰਸ ਹੋ ਗਏ ਇਸ ਧਰਨਿਆਂ ਦੇ ਵਿੱਚ ਆ ਰਹੇ ਨੇ, ਇਹਦੇ ਨਾਲ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਸ ਨੂੰ ਬਲ ਮਿਲ ਰਿਹਾ? ਬਿਲਕੁਲ ਬਲ ਮਿਲ ਰਿਹਾ ਜੀ। ਜਿਹੜਾ ਨੌਜਵਾਨ ਹੈ, ਇਹ ਜਿਹੜੇ ਕਲਾਕਾਰ ਬਾਹਰ ਨਿਕਲ ਕੇ ਆਏ ਆ, ਸਹਿਯੋਗ ਕੀਤਾ ਕਲਾਕਾਰਾਂ ਦੇ ਨਾਲ। ਜਿਹੜਾ ਯੂਥ ਹੈ, ਯੂਥ ਬਹੁਤ ਜਲਦੀ ਸੜਕਾਂ 'ਤੇ ਨਿਕਲ ਕੇ ਆਇਆ ਕਲਾਕਾਰਾਂ ਦੇ ਨਾਲ। ਠੀਕ ਹੈ। ਤੇ ਅੱਗੇ ਵੀ ਮਤਲਬ ਕਿ ਯੂਥ ਪੂਰਾ ਸਹਿਯੋਗ ਦਿੰਦਾ ਰਹੇਗਾ ਕਲਾਕਾਰਾਂ ਦੇ ਨਾਲ ਵੀ, ਕਿਸਾਨ ਯੂਨੀਅਨਾਂ ਦੇ ਨਾਲ ਵੀ। ਜਿਹੜਾ ਇਹ ਮੋਦੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਾਨੂੰਨ ਪਾਸ ਕੀਤੇ ਹੈ, ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਸਾਹ ਲਵਾਂਗੇ। ਠੀਕ, ਤੁਹਾਨੂੰ ਕੀ ਲੱਗ ਰਿਹਾ ਕਿ ਇੰਨੇ ਦਿਨ ਹੋ ਗਏ ਕਿਸਾਨਾਂ ਨੂੰ ਧਰਨਿਆਂ ਦੇ ਉੱਤੇ ਬੈਠਿਆਂ ਨੂੰ, ਤੇ ਮਸਲੇ ਦਾ ਕੋਈ ਹੱਲ ਨਿਕਲਦਾ ਨਹੀਂ? ਕਿਸਾਨ ਦਿੱਲੀ ਵੀ ਗਏ ਪਰ ਉੱਥੇ ਗੱਲਬਾਤ ਨਹੀਂ ਸੁਣੀ ਗਈ। ਕੀ ਸਟੈਪ ਅਜਿਹਾ ਚੁੱਕਣਾ ਚਾਹੀਦਾ ਹੈ ਜਿਸ ਨਾਲ ਦਿੱਲੀ ਸਰਕਾਰ ਦੇ ਅੱਖਾਂ ਵੀ ਖੋਲ ਜਾਣ ਤੇ ਕੰਨ ਵੀ ਖੋਲ ਜਾਣ? ਅਸੀਂ ਹੁਣ ਦੇਖ ਰਹੇ ਹਾਂ ਮੋਦੀ ਸਰਕਾਰ ਨੂੰ ਵੀ ਜੇ ਜਾਗਦਾ ਨੀਂਦ ਤੋਂ ਠੀਕ ਹੈ, ਨਹੀਂ ਤਾਂ ਵੱਡੇ ਲੈਵਲ ਤੇ ਅਸੀਂ ਇਕੱਠੇ ਹੋ ਕੇ ਕਿਸਾਨ ਯੂਨੀਅਨ ਦੇ ਨਾਲ, ਯੂਥ ਖਾਸ ਕਰਕੇ ਯੂਥ ਤੇ ਸਾਰੀ ਜਿਹੜੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਆ, ਅਸੀਂ ਹੁਣ ਦਿੱਲੀ ਨੂੰ ਘੇਰਾਂਗੇ। ਦਿੱਲੀ ਕਨੌਟ ਪਲੇਸ ਦੇ ਕਨੌਟ ਪਲੇਸ ਦੇ ਵਿੱਚ ਜੰਤਰ ਮੰਤਰ ਦੇ ਉੱਥੇ ਅਸੀਂ ਪੱਕਾ ਧਰਨਾ ਲਾਵਾਂਗੇ ਤੇ ਉੱਥੇ ਹੀ ਜਿਹੜਾ ਸਿਸਟਮ ਹੈ ਆਪਣਾ, ਕਿਤੇ ਨਹੀਂ ਜਾਵਾਂਗੇ। ਦਿੱਲੀ ਦੇ ਨੱਕ 'ਚ ਦਮ ਕਰ ਦਾਂਗੇ, ਮੋਦੀ ਦੇ ਨੱਕ 'ਚ ਦਮ ਕਰ ਦਾਂਗੇ, ਮੋਦੀ ਨੂੰ ਮਜਬੂਰ ਕਰ ਦਾਂਗੇ ਵਾਪਸ ਕਰਨ ਵਾਸਤੇ ਕਾਨੂੰਨ। ਮੇਰਾ ਨਾਮ ਚੰਦਰਪਾਲ ਅੱਤਰੀ, ਮੈਂ ਲਾਲੜੂ ਤੋਂ ਸੰਬੰਧਿਤ ਹਾਂ ਤੇ ਲਗਾਤਾਰ 1 ਅਕਤੂਬਰ ਤੋਂ ਜਿਹੜਾ ਰੇਲਵੇ ਧਰਨਾ ਚੱਲ ਰਿਹਾ ਉਸ 'ਚ ਮੈਂ ਲਗਾਤਾਰ ਸਮੂਲਿਤ ਕਰ ਰਿਹਾ ਆਪਣੇ ਸਾਥੀ ਗੁਰਪ੍ਰੀਤ ਹੋਰਾਂ ਸਾਰਿਆਂ ਦੇ ਨਾਲ। ਜਿਹੜੇ 3 ਆਰਡੀਨੈਂਸ ਨੇ ਇਹਨਾਂ ਦੀ ਜਿਹੜੀ ਪ੍ਰੋਸੈਸ ਹੈ, ਇਹਨਾਂ ਬਾਰੇ ਹੀ ਗੱਲ ਕਰਾਂਗਾ। ਇਹ ਜੁਲਾਈ 2019 'ਚ ਸ਼ੁਰੂ ਹੋਈ ਪ੍ਰੋਸੈਸ ਹੈ। ਪਹਿਲੀ ਤਾਂ ਗੱਲ ਕਹਿੰਦੇ ਵੀ ਇਹ WTO ਦੇ ਕਹਿਣ ਤੇ ਹੋਈ ਹੈ ਪ੍ਰੋਸੈਸ ਪੂਰੀ। ਚਲੋ ਆਪਾਂ ਇੰਨੀ ਦੂਰ ਨਹੀਂ ਜਾਂਦੇ 1991 ਵਾਲੀ ਗੱਲ 'ਚ। ਜੁਲਾਈ 2019 'ਚ ਮੰਤਰੀਆਂ ਦੀ ਮੀਟਿੰਗ ਜਿਹੜੀ ਹੋਈ ਉਸ 'ਚ ਮੁੱਖ ਮੰਤਰੀ ਵੀ ਉਸ 'ਚ ਸ਼ਾਮਲ ਸੀ, ਉਸ 'ਚ ਇਹ ਗੱਲ ਸ਼ੁਰੂ ਹੋਈ। ਉਸ ਤੋਂ ਬਾਅਦ 3 ਜੂਨ 2020 ਨੂੰ ਕੈਬਨਿਟ 'ਚੋਂ ਇਹ ਤਿੰਨੇ ਕਾਨੂੰਨ ਆਏ ਤੇ 5 ਜੂਨ 2020 ਨੂੰ ਇਹਨਾਂ ਕਾਨੂੰਨਾਂ ਤੇ ਮੀਟਿੰਗ 'ਚ ਸਹਿਮਤੀ ਹੋਈ ਤੇ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਬਾਅਦ ਇਹ ਪਾਰਲੀਮੈਂਟ ਵੱਲ ਨੂੰ ਹੋ ਲਏ। ਪਾਰਲੀਮੈਂਟ ਤੇ ਕੈਬਨਿਟ ਦੇ ਦਰਮਿਆਨ ਦਾ ਜਿਹੜਾ ਸਫ਼ਰ ਹੈ, ਉੱਥੇ ਆਰਡੀਨੈਂਸ ਤੋਂ ਬਾਅਦ ਬਿੱਲ ਹੁੰਦਾ ਹੈ। ਉਹ ਬਿੱਲ ਵਜੋਂ ਸੰਸਦ 'ਚੋਂ ਪੇਸ਼ ਹੋਏ ਤੇ ਬਿੱਲ ਇਹ ਪਾਸ ਹੋਇਆ। ਲੋਕ ਸਭਾ 'ਚੋਂ ਤਾਂ ਚਲੋ ਜਿਵੇਂ ਹੈ ਸੀ, ਉਹਨਾਂ ਦਾ ਬਹੁਮਤ ਹੈ ਹੀ ਹੈ ਸੀ। ਰਾਜ ਸਭਾ 'ਚ ਜਿਹੜੀ ਧੱਕੇਬਾਜ਼ੀ ਕੀਤੀ ਗਈ ਹੈ, ਉੱਥੇ ਇੱਕ ਨਿਯਮ ਹੁੰਦਾ ਵੋਟ ਵੰਡ ਨਿਯਮ। ਵੋਟ ਵੰਡ ਨਿਯਮ ਤਹਿਤ ਇਹ ਤੈਅ ਹੁੰਦਾ ਹੈ ਕਿ ਜਿਹੜੇ ਬੰਦੇ ਬਿੱਲ ਦੇ ਖਿਲਾਫ ਵੋਟ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੱਖਰੇ ਪਾਸੇ ਸੀਟਾਂ ਲਾਈਆਂ ਜਾਂਦੀਆਂ ਉਹਨਾਂ ਦੀ, ਜਦ ਕਿ ਉੱਥੇ ਮੰਗ ਕਰੀ ਗਈ ਸੀ ਸਾਰੀ ਪਾਰਟੀਆਂ ਨੇ ਕਿ ਵੋਟ ਵੰਡ ਨਿਯਮ ਦੇ ਤਹਿਤ ਉੱਥੇ ਵੋਟਿੰਗ ਹੋਈ, ਪਰ ਉਹ ਵੋਟਿੰਗ ਨਹੀਂ ਹੋਈ ਕਿਉਂਕਿ ਉੱਥੇ ਡਰ ਸੀ ਵੀ ਇੱਥੇ ਗੜਬੜ ਹੋ ਸਕਦੀ ਹੈ ਤੇ ਧੱਕਾ ਹੋ ਗਿਆ, ਉਹ ਬਿੱਲ ਪਾਸ ਹੋ ਗਿਆ। ਜਿਹੜੇ 3 ਬਿੱਲ ਹੈ, ਪਹਿਲਾ ਬਿੱਲ ਹੈ ਜਿਹੜਾ ਖੇਤੀ ਉਪਜ ਵਪਾਰ ਤੇ ਵਣਜ ਤਰੱਕੀ ਤੇ ਸਹੂਲਤ 2020, ਉਸ ਦੀ ਜਿਹੜੀ ਪਹਿਲੀ ਧਾਰਾ ਤੇ ਸਾਨੂੰ ਡਾਊਟ ਹੈ, ਕਿਸਾਨਾਂ ਨੂੰ ਸਾਰੇ ਪੰਜਾਬ ਨੂੰ ਡਾਊਟ ਹੈ, ਸਮੁੱਚੇ ਦੇਸ਼ ਦੇ ਕਿਸਾਨ ਨੂੰ ਹੀ ਡਾਊਟ ਹੈ। ਉਹ ਹੈ ਘੱਟੋ ਘੱਟ ਖਰੀਦ ਗਰੰਟੀ ਸਾਰੀ ਸਾਨੂੰ ਮਿਲੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਘੱਟੋ ਘੱਟ ਖਰੀਦ ਗਰੰਟੀ ਰਹੇ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਜਾਲ ਦੀ ਰਿਪੋਰਟ, ਹਮਦਰ ਟੀਵੀ।